वाहिगुरू जी का खालसा वाहिगुरू जी की फतेह। ਅੱਜ ਦੀ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰ ਰਹੇ ਗੁਰੂ ਪਿਆਰਿਓ, ਆਪ ਸਾਰਿਆਂ ਨੂੰ ਜੀ ਆਇਆਂ। ਜਿਸ ਤਰ੍ਹਾਂ ਆਪ ਜਾਣਦੇ ਹੋ ਕਿ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਪਵਿੱਤਰ ਬਾਣੀ ਜਪ, ਜਿਸ ਨੂੰ ਅਸੀਂ ਸਤਿਕਾਰ ਨਾਲ ਜਪ ਜੀ ਸਾਹਿਬ ਆਖਦੇ ਹਾਂ, ਇਸ ਬਾਣੀ ਦੀ ਅਸੀਂ ਲੜੀਵਾਰ ਵਿਚਾਰ ਆਰੰਭ ਕੀਤੀ ਹੈ। ਵਾਹਿਗੁਰੂ ਜੀ ਦੀ ਕਿਰਪਾ ਨਾਲ ਇਸ ਬਾਣੀ ਦੀਆਂ ਸੁਣਿਆ ਵਾਲੀਆਂ 2 ਪੌੜੀਆਂ ਦੀ ਵਿਚਾਰ ਅਸੀਂ ਕੱਲ੍ਹ ਕੀਤੀ ਹੈ, 8ਵੀਂ ਤੇ 9ਵੀਂ ਪੌੜੀ ਦੀ। ਅੱਜ 10ਵੀਂ ਤੇ 11ਵੀਂ ਪੌੜੀ ਦੀ ਵਿਚਾਰ ਅਤੇ ਸਾਰੀ 4 ਪੌੜੀਆਂ ਦਾ ਸੰਖੇਪ ਜੋ ਭਾਵ ਹੈ, ਉਹਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਨੀ ਹੈ। ਇਹ ਬਾਣੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਵਿੱਚ ਦਰਜ ਹੈ ਔਰ ਹਰ ਗੁਰਸਿੱਖ ਨੂੰ ਇਸ ਬਾਣੀ ਦਾ ਨਿਤਾ ਪ੍ਰਤੀ ਪਾਠ ਕਰਨ ਦੀ ਹਦਾਇਤ ਹੈ, ਕਿਉਂਕਿ ਇਹ ਬਾਣੀ ਗੁਰਸਿੱਖ ਦੇ ਜੀਵਨ ਵਿੱਚ ਨਿਤਨੇਮ ਵਿੱਚ ਦਰਜ ਕੀਤੀ ਗਈ ਹੈ। ਆਮ ਤੌਰ 'ਤੇ ਵੀ ਜਦੋਂ ਅਸੀਂ ਘਰ ਵਿੱਚ ਭਾਵੇਂ ਅੰਮ੍ਰਿਤਪਾਨ ਕੀਤਾ ਹੋਵੇ ਜਾਂ ਨਾ ਕੀਤਾ ਹੋਵੇ, ਕਮ ਸੇ ਕਮ ਅਸੀਂ ਕਹਿੰਦੇ ਹਾਂ ਜਪਜੀ ਸਾਹਿਬ ਦਾ ਪਾਠ ਤਾਂ ਕਰ ਲਈਏ। ਅਤੇ ਜਦੋਂ ਅਸੀਂ ਵੀ ਅੰਮ੍ਰਿਤਪਾਨ ਨਹੀਂ ਸੀ ਕੀਤਾ ਤਾਂ ਸਾਡੇ ਮਾਤਾ ਜੀ ਉਦੋਂ ਇਹ ਗੱਲ ਕਹਿੰਦੇ ਹੁੰਦੇ ਸਨ, ਪਹਿਲਾਂ ਜਪਜੀ ਦਾ ਪਾਠ ਕਰੋ ਫਿਰ ਪ੍ਰਸ਼ਾਦਾ ਮਿਲੇਗਾ। ਤਾਂ ਇਹ ਸਵੇਰ ਤੋਂ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ, ਪਰਿਵਾਰਾਂ ਵਿੱਚ ਇਹ ਜਪ ਦੀ ਪਾਠ, ਜਪਜੀ ਦੀ ਬਾਣੀ ਦਾ ਪਾਠ ਆਮ ਤੌਰ 'ਤੇ ਕੀਤਾ ਜਾਂਦਾ, ਪਰ ਇਹਦੀ ਜਿੰਨਾ ਕੁ ਅਸੀਂ ਇਹਨੂੰ ਆਸਾਨ ਸਮਝਦੇ ਹਾਂ, ਜਿੰਨਾ ਕੁ ਅਸੀਂ ਪੜ੍ਹਦੇ ਹਾਂ, ਓਨਾ ਕਿ ਇਹ ਡੀਪ ਡੂੰਘਾ ਹੈ। ਇਹ ਵੀ ਅਸਗਾਹ ਹੀ ਹੈ, ਡੂੰਘਾ ਸਾਗਰ ਹੀ ਹੈ। ਅਤੇ ਸੱਚਮੁੱਚ ਹੀ ਇਹਦੇ ਵਿੱਚੋਂ ਹੀਰੇ ਜਵਾਹਰਾਤ ਮੋਤੀ ਅਸੀਂ ਚੁੱਗ ਨਹੀਂ ਸਕੇ, ਜਿੰਨੇ ਕਿ ਇਹਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਪਾਏ ਹਨ। ਆਓ ਅੱਜ ਅਸੀਂ ਇਸ ਬਾਣੀ ਦੀ ਅਗਲੀ ਵਿਚਾਰ ਪੌੜੀ ਨੰਬਰ 10 ਤੋਂ ਵੀਰ ਪ੍ਰਭ ਕੀਰਤਨ ਸਿੰਘ ਜੀ ਜੋ ਇਹ ਸੇਵਾ ਨਿਭਾ ਰਹੇ ਹਨ, ਉਹਨਾਂ ਪਾਸੋਂ ਸਰਵਣ ਕਰੀਏ। ਅਤੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਇਹ ਵਿਚਾਰ ਆਰੰਭ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਇੱਕ ਓੰਕਾਰ, ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅਸੀਂ ਸਾਰੇ ਰਲ ਮਿਲ ਕੇ ਇਸ ਜਿਵੇਂ ਕਿ ਵੀਰ ਜੀ ਨੇ ਦੱਸਿਆ ਹੈ ਕਿ ਜੋ ਸਾਡਾ ਇੱਕ ਖਜ਼ਾਨਾ ਹੈ ਜਪਜੀ ਦਾ, ਉਹਦੇ ਚੁੱਭੀ ਮਾਰ ਕੇ ਉਹਦੇ ਵਿੱਚੋਂ ਕੁਝ ਗਿਆਨ ਪ੍ਰਾਪਤ ਕਰਨ ਦੀ ਆਪਾਂ ਸਾਰੇ ਕੋਸ਼ਿਸ਼ ਕਰ ਰਹੇ ਹਾਂ। ਹੁਣ ਤੱਕ ਆਪਾਂ ਸੁਣਿਆ ਦੀਆਂ 2 ਪੌੜੀਆਂ ਦੀ ਵਿਚਾਰ ਕਰ ਲਈ ਹੈ। ਆਓ ਹੁਣ ਅੱਗੇ ਚੱਲੀਏ। ਸਭ ਤੋਂ ਪਹਿਲਾਂ ਆਓ 10ਵੀਂ ਪੌੜੀ ਦਾ ਇੱਕ ਵਾਰ ਪਾਠ ਕਰ ਲਈਏ, ਤਾਂ ਕਿ ਇਸ ਪੌੜੀ ਦੀ ਵਿਚਾਰ ਕਰਨ ਤੋਂ ਪਹਿਲਾਂ ਸਾਨੂੰ ਇਹਦੇ ਨਾਲ ਥੋੜ੍ਹਾ ਜਿਹਾ ਫੈਮਿਲੀਅਰਿਟੀ ਹੋ ਜਾਵੇ। ਸੁਣਿਐ ਸਤ ਸੰਤੋਖ ਗਿਆਨ, ਸੁਣਿਐ 68 ਕਾ ਇਸ਼ਨਾਨ, ਸੁਣਿਐ ਪੜ੍ਹ ਪੜ੍ਹ ਪਾਵੈ ਮਾਨ, ਸੁਣਿਐ ਲਾਗੈ ਸਹਿਜ ਧਿਆਨ, ਨਾਨਕ ਭਗਤਾਂ ਕਰਾ ਸਦਾ ਵਿਗਾਸ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ਼। ਗੁਰੂ ਪਿਆਰਿਓ, ਜਿਵੇਂ ਕਿ ਆਪਾਂ ਕੱਲ ਸੁਣਿਆ ਜੋ ਸ਼ਬਦ ਸਤਿਗੁਰਾਂ ਨੇ ਬਾਰ-ਬਾਰ ਇਹਨਾਂ 4 ਪੌੜੀਆਂ ਦੇ ਵਿੱਚ ਇਸਤੇਮਾਲ ਕੀਤਾ ਹੈ, ਉਹਦੇ ਬਾਰੇ ਥੋੜ੍ਹੀ ਜਿਹੀ ਵਿਸਥਾਰ ਵਿੱਚ ਗੱਲ ਕੀਤੀ ਸੀ ਕਿ ਇਹ ਮਾਤਰ ਸਰੀਰਕ ਰੂਪ ਜਾਂ ਦਿਮਾਗੀ ਰੂਪ ਵਿੱਚ ਸੁਣਨ ਤੋਂ ਅੱਗੇ ਦੀ ਗੱਲ ਹੈ।
ਇਹ ਪੂਰੀ ਮੱਤ ਦੇ ਨਾਲ ਸੁਣ ਕੇ ਉਹਨੂੰ ਆਪਣੇ ਧੁਰ ਅੰਦਰ ਆਤਮਾ ਤੱਕ ਸੁਣਨ ਦੀ ਗੱਲ ਹੈ। ਤੇ ਧੁਰ ਆਤਮਾ ਤੱਕ ਸੁਣਨ ਦਾ ਅਰਥ ਇਹੀ ਹੁੰਦਾ ਹੈ ਕਿ ਅਸੀਂ ਆਪਣੇ ਮਨ ਅੰਦਰ ਪ੍ਰੇਮ, ਪਿਆਰ, ਉਹ ਅਵਸਥਾ ਲਿਆਈਏ ਕਿ ਜਿਸ ਦੇ ਨਾਲ ਇਸ ਚੀਜ਼ ਨੂੰ ਅਸੀਂ ਮੰਨਣ ਦੀ ਅਵਸਥਾ ਤੱਕ ਲਿਜਾ ਸਕੀਏ। ਤੋ ਇੱਕ ਮਾਮੂਲੀ ਜਿਹਾ ਫਰਕ ਅਸੀਂ ਟੈਕਨੀਕਲੀ ਇਹਦੇ ਵਿੱਚ ਕਹਿ ਸਕਦੇ ਹਾਂ ਕਿ ਸੁਣਨ ਤੇ ਮੰਨਣ ਦੇ ਵਿੱਚ ਜਿਹੜਾ ਫਰਕ ਹੈ, ਉਹ ਅਗਰ ਕੋਈ ਹੈ ਤਾਂ ਇਤਨਾ ਕੁ ਸੂਖਮ ਹੈ ਕਿ ਉਹ ਸਾਡੀ ਸਮਝ ਤੋਂ ਬਾਹਰ ਹੈ। ਹਾਲਾਂਕਿ ਇੰਟੈਲੈਕਚੁਅਲ ਲੈਵਲ ਦੇ ਉੱਤੇ ਐਸਾ ਫਰਕ ਕੀਤਾ ਜਾ ਸਕਦਾ ਹੈ, ਪਰ ਸੁਣਿਆ ਅਸਲ ਵਿੱਚ ਉਹੀ ਹੁੰਦਾ ਹੈ ਜਿਹੜਾ ਮੰਨਣ ਦੀ ਹੱਦ ਤੱਕ ਪਹੁੰਚ ਜਾਵੇ। ਤੋ ਸੁਣਨ ਦਾ ਅਰਥ ਅਸੀਂ ਲਿਆ ਸੀ ਕਿ ਜਦੋਂ ਅਸੀਂ ਉਸ ਪ੍ਰਭੂ ਦੇ ਨਾਮ ਦੇ ਨਾਲ ਜੁੜਦੇ ਹਾਂ, ਉਹਦੀ ਸਿੱਖਿਆ ਦੇ ਨਾਲ ਜੁੜਦੇ ਹਾਂ, ਉਹਦੇ ਗੁਣਾਂ ਦੇ ਨਾਲ ਜੁੜਦੇ ਹਾਂ, ਉਹਦੀਆਂ ਵਡਿਆਈਆਂ ਦੀ ਵਿਚਾਰ ਕਰਦੇ ਹਾਂ, ਤਾਂ ਉਹ ਅਵਸਥਾ ਜਦੋਂ ਅਸੀਂ ਉਹਦੇ ਨਾਲ ਜੁੜ ਜਾਂਦੇ ਹਾਂ ਤੇ ਉਹਦੇ ਕੋਲੋਂ ਅਸੀਂ ਅਕਾਲ ਪੁਰਖ ਦੇ ਨਾਲ ਇੱਕਮਿਕ ਹੋ ਕੇ ਜੋ ਸਾਡੀ ਅਵਸਥਾ ਬਣਦੀ ਹੈ, ਉਹ ਫਿਰ ਸਾਡੇ ਕਰਮਾਂ ਦੇ ਵਿੱਚੋਂ ਦਿਸਦੀ ਹੈ, ਤਾਂ ਹੀ ਸੁਣਿਆ ਕੰਪਲੀਟ ਹੁੰਦਾ ਹੈ, ਉਸ ਤੋਂ ਬਿਨਾਂ ਨਹੀਂ। ਤੋ ਇਸ ਪੌੜੀ ਦੇ ਵਿੱਚ ਵੀ ਸਤਿਗੁਰੂ ਫਰਮਾਉਂਦੇ ਹਨ ਕਿ ਸੁਣਿਆ ਸਤ ਸੰਤੋਖ ਗਿਆਨ। ਸਤ ਦਾ ਅਰਥ ਹੁੰਦਾ ਹੈ ਉਹ ਗੁਣ ਜਿਸ ਦੇ ਕਰਕੇ ਕੋਈ ਵਿਅਕਤੀ ਦਾਨ ਦਿੰਦਾ ਹੈ। ਸਤ ਦੇ ਹਾਲਾਂਕਿ ਹੋਰ ਅਰਥ ਵੀ ਹਨ, ਕਿਉਂਕਿ ਆਪਾਂ ਪਹਿਲਾਂ ਕਰ ਆਏ ਹਾਂ, ਜਿੱਥੇ ਸਤ ਨਾਮ ਲਫ਼ਜ਼ ਸਤਿਗੁਰਾਂ ਨੇ ਮੂਲ ਮੰਤਰ ਵਿੱਚ ਹੀ ਵਰਤਿਆ ਹੈ, ਉਹ ਸਤ ਤੱਤੇ ਨੂੰ ਸਿਹਾਰੀ ਦੇ ਨਾਲ ਉਹ ਇੱਕ ਸਦੀਵੀ ਹੋਂਦ ਵਾਲਾ ਭਾਵ। ਇਸ ਦਾ ਅਸਲ ਅਰਥ ਤਾਂ ਇਹ ਹੈ ਕਿ ਜਿਸ ਦੀ ਹੋਂਦ ਹੋਵੇ ਉਹਨੂੰ ਸਤ ਕਿਹਾ ਜਾਂਦਾ ਹੈ। ਪਰ ਇੱਥੇ ਜਿਸ ਸਤ ਦਾ ਜ਼ਿਕਰ ਕੀਤਾ ਗਿਆ ਹੈ, ਉਹ ਗੁਣ ਹੈ ਜਿਹੜਾ ਮਨੁੱਖ ਨੂੰ ਦੂਜੇ ਦੀ ਮਦਦ ਕਰਨ ਦੇ ਲਈ, ਜਿਹੜਾ ਆਪਣੇ ਜੋ ਕੁਝ ਸਾਡੇ ਕੋਲ ਹੈ ਉਹਨੂੰ ਦੂਸਰੇ ਦੇ ਨਾਲ ਸ਼ੇਅਰ ਕਰਨ ਦੇ ਲਈ, ਵੰਡ ਕੇ ਛਕਣ ਦੀ ਜਿਹਨੂੰ ਆਪਾਂ ਗੱਲ ਕਹਿੰਦੇ ਹਾਂ, ਉਹਦੇ ਲਈ ਸਾਡੇ ਅੰਦਰ ਪ੍ਰੇਰਨਾ ਪੈਦਾ ਕਰਦਾ। ਇੱਥੇ ਉਸ ਸੁਭਾਅ ਦੀ ਜਾਂ ਉਸ ਗੁਣ ਦੀ ਗੱਲ ਹੈ, ਉਸ ਐਕਟ ਦੀ ਗੱਲ ਨਹੀਂ ਹੈ, ਕਿ ਦਾਨ ਦੇਣ ਦੀ ਕਿਰਿਆ ਦੀ ਗੱਲ ਨਹੀਂ ਹੈ। ਤੋ ਜਿਵੇਂ ਕਿ ਸਤਿਗੁਰਾਂ ਨੇ ਬਾਰ-ਬਾਰ ਗੁਰਬਾਣੀ ਦੇ ਵਿੱਚ ਜੋ ਦਾਨ ਲਫ਼ਜ਼ ਦੀ ਵਰਤੋਂ ਕੀਤੀ ਹੈ, ਕਿਉਂਕਿ ਇੱਥੇ ਅਸੀਂ ਦਾਨ ਦੀ ਗੱਲ ਕਰ ਰਹੇ ਹਾਂ ਤਾਂ ਥੋੜਾ ਕਲੈਰੀਫਾਈ ਕਰਨਾ ਯੋਗ ਰਹੇਗਾ। ਸਤਿਗੁਰਾਂ ਨੇ ਆਪਣੇ ਉਪਦੇਸ਼ਾਂ ਦੇ ਵਿੱਚ ਦਾਨ ਦੀ ਜਦੋਂ ਗੱਲ ਕੀਤੀ ਹੈ ਤਾਂ ਉਹ ਦੋ ਢੰਗਾਂ ਨਾਲ ਕੀਤੀ ਹੈ। ਇੱਕ ਤਾਂ ਬਾਰ-ਬਾਰ ਦਾਨ ਕਰਨ ਦੀ ਨਿਖੇਧੀ ਕੀਤੀ ਹੈ। ਇਹ ਸੁਭਾਅ ਦੀ ਨਿਖੇਧੀ ਨਹੀਂ ਹੈ, ਉਸ ਕਿਰਿਆ ਦੀ ਨਿਖੇਧੀ ਹੈ ਜਿਸ ਨੂੰ ਇੱਕ ਸ਼ੁਭ ਕਰਮ ਮੰਨ ਕੇ ਸਨਾਤਨ ਮਤ ਦੇ ਵਿੱਚ ਕਰਮ ਕਾਂਡ ਦਾ ਹਿੱਸਾ ਬਣਾ ਲਿਆ ਗਿਆ। ਉੱਥੇ ਇਹ ਜ਼ਰੂਰੀ ਹਿੱਸਾ ਹੈ ਕਿ ਜਦੋਂ ਕੋਈ ਵਿਅਕਤੀ ਕੋਈ ਧਾਰਮਿਕ ਕਰਮ ਕਰਦਾ ਹੈ, ਭਾਵੇਂ ਉਹ ਤੀਰਥ ਇਸ਼ਨਾਨ ਕਰੇ, ਕੋਈ ਯੱਗ ਹਵਨ ਕਰੇ, ਕੋਈ ਆਹੁਤੀ ਦੇਵੇ ਜਾਂ ਕੁਝ ਵੀ ਕਰੇ, ਤੇ ਉਸ ਦੇ ਨਾਲ ਦਾਨ ਕਰਨਾ, ਤੇ ਵਿਸ਼ੇਸ਼ ਕਰਕੇ ਬ੍ਰਾਹਮਣ ਨੂੰ ਦਾਨ ਕਰਨਾ। ਹਾਲਾਂਕਿ ਦੂਸਰੇ ਦਾਨ ਵੀ ਵਿੱਚ ਆਉਂਦੇ ਹਨ, ਅਸੀਂ ਇਹ ਨਹੀਂ ਕਹਿ ਸਕਦੇ ਕਿ ਉੱਥੇ ਸਿਰਫ ਬ੍ਰਾਹਮਣ ਨੂੰ ਦਾਨ ਕਰਨ ਦੀ ਗੱਲ ਹੈ, ਪਰ ਬ੍ਰਾਹਮਣ ਨੂੰ ਦਾਨ ਕਰਨਾ ਉੱਥੋਂ ਦਾ ਇੱਕ ਜ਼ਰੂਰੀ ਹਿੱਸਾ ਮੰਨਿਆ ਗਿਆ ਹੈ, ਉਸ ਦਾਨ ਦਾ ਇੱਕ ਜ਼ਰੂਰੀ ਅੰਗ ਮੰਨਿਆ ਗਿਆ ਹੈ। ਉਸ ਕਿਸਮ ਦੇ ਦਾਨ ਦੀ ਜਿਹੜਾ ਕਿਸੇ ਫਲ ਦੀ ਇੱਛਾ ਨੂੰ ਮਨ ਦੇ ਵਿੱਚ ਲੈ ਕੇ ਕੀਤਾ ਜਾਵੇ ਕਿ ਮੈਂ ਇਹ ਕੰਮ ਕਰਾਂਗਾ ਤੇ ਮੈਨੂੰ ਇਹ ਪ੍ਰਾਪਤੀ ਹੋਵੇਗੀ, ਉਸ ਦਾਨ ਦੀ ਬਾਰ-ਬਾਰ ਨਿਖੇਧੀ ਕੀਤੀ ਹੋਈ ਹੈ। ਦੂਜਾ ਜਿਹੜਾ ਦਾਨ ਦੀ ਸ਼ਬਦ ਦੀ ਵਰਤੋਂ ਸਤਿਗੁਰਾਂ ਨੇ ਬਾਰ-ਬਾਰ ਕੀਤੀ ਹੈ, ਉਹ ਅਵਸਥਾ ਦੀ ਗੱਲ ਹੈ ਕਿ ਜਿਹੜਾ ਸਾਨੂੰ ਗਿਆਨ ਮਿਲਣਾ ਹੈ ਗੁਰੂ ਕੋਲੋਂ, ਉਹ ਅਸੀਂ ਮੰਨਦੇ ਹਾਂ ਕਿ ਸਤਿਗੁਰੂ ਸਾਨੂੰ ਦਾਨ ਕਰਕੇ, ਕਿਰਪਾ ਕਰਕੇ, ਮਿਹਰ ਕਰਕੇ ਪ੍ਰਦਾਨ ਕਰਦੇ ਹਨ। ਤਾਂ ਉਸ ਦਾਨ ਦੀ ਅਵਸਥਾ ਤੱਕ ਜਿਹੜੇ ਭਗਤ ਜਨ ਉੱਚੀਆਂ ਅਵਸਥਾਵਾਂ ਨੂੰ ਪ੍ਰਾਪਤ ਹੋ ਜਾਂਦੇ ਹਨ ਨਾਮ ਸਿਮਰਨ ਦੇ ਕਾਰਨ, ਉਹਨਾਂ ਨੂੰ ਵੀ ਹਦਾਇਤ ਕੀਤੀ ਗਈ ਹੈ। ਜਿਵੇਂ ਕਿ ਅਸੀਂ ਹੁਣੇ ਆਪਾਂ ਉਹ ਸੁਣਿਆ 12 ਮਾਹ ਦੇ ਵਿੱਚ ਹੀ, ਜਿਸ ਤਰ੍ਹਾਂ ਸਾਡੇ ਸਿਸਟਮ ਬਣ ਚੁੱਕਾ ਹੈ ਕਿ ਅਸੀਂ ਉਹ ਮਹੀਨਿਆਂ ਦੀ ਕਥਾ ਸੁਣਦੇ ਹਾਂ ਕਿ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ। ਤਾਂ ਉੱਥੇ ਦਾਨ ਕਰਨ ਦੀ ਪ੍ਰੇਰਨਾ ਹੈ, ਪਰ ਉਹ ਦਾਨ ਇਹ ਨਹੀਂ ਜਿਹੜਾ ਕਿਸੇ ਕਰਮਕਾਂਡੀ ਕਿਸਮ ਦਾ ਦਾਨ ਹੋਵੇ। ਉੱਥੇ ਦਾਨ ਦਾ ਅਰਥ ਇਹ ਹੈ ਕਿ ਤੂੰ ਆਪ ਹਰੀ ਦੇ ਨਾਮ ਨਾਲ ਜੁੜ ਤੇ ਦੂਜਿਆਂ ਨੂੰ ਜੋੜ।
ਇਹ ਬਿਲਕੁਲ ਉਹੀ ਗੱਲ ਹੈ ਜਿਹੜੀ ਅਸੀਂ ਸਮਝਦੇ ਹਾਂ ਕਿ ਆਪ ਜਪੈ ਔਰਾ ਨਾਮ ਜਪਾਵੇ ਵਾਲੀ ਗੱਲ ਹੈ। ਇੱਕ ਉਸ ਸੈਂਸ ਦੇ ਵਿੱਚ ਦਾਨ ਦੀ ਵਰਤੋਂ ਕੀਤੀ ਗਈ ਹੈ। ਪਰ ਜਦੋਂ ਸਤ ਲਫ਼ਜ਼ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਸ ਦਾ ਅਰਥ ਇਹ ਹੁੰਦਾ ਹੈ ਕਿ ਉਹ ਸੁਭਾਅ ਬਣਾ ਲੈਣਾ ਜਿਹਦੇ ਵਿੱਚ ਸਾਡੇ ਕੋਲ ਜੋ ਵੀ ਹੈ ਅਸੀਂ ਉਸ ਨੂੰ ਸਾਰਿਆਂ ਦੇ ਨਾਲ ਸ਼ੇਅਰ ਕਰ ਰਹੇ ਹਾਂ, ਅਸੀਂ ਵੰਡ ਕੇ ਛਕ ਰਹੇ ਹਾਂ। ਇਹ ਉਹ ਗੁਣ ਦੀ ਗੱਲ ਇੱਥੇ ਹੋ ਰਹੀ ਹੈ, ਇਹ ਦਾਨ ਦੀ ਕਿਰਿਆ ਦੀ ਗੱਲ ਨਹੀਂ। ਇਸ ਤੋਂ ਅੱਗੇ ਸਤਿਗੁਰਾਂ ਨੇ ਲਫ਼ਜ਼ ਵਰਤਿਆ ਹੈ ਸੰਤੋਖ। ਸੰਤੋਖ ਉਹ ਗੁਣ ਹੈ ਜੋ ਅਸੀਂ ਥੋੜੇ ਦੇ ਵਿੱਚ ਗੁਜ਼ਾਰਾ ਕਰ ਲੈਣਾ, ਜਿੰਨਾ ਹੈ ਉਹਦੇ ਵਿੱਚ ਹੀ ਮਨ ਦੇ ਵਿੱਚ ਸ਼ਾਂਤੀ ਲੈ ਆਣੀ, ਮਨ ਦੀ ਭੱਜ ਦੌੜ ਖਤਮ ਕਰ ਲੈਣੀ, ਜਿੰਨਾ ਹੈ ਉਹਦੇ ਵਿੱਚ ਗੁਜ਼ਾਰਾ ਕਰਨਾ, ਜਾਂ ਥੋੜੇ ਤੋਂ ਥੋੜਾ ਆਪਣੇ ਜੋਗਾ ਰੱਖ ਕੇ ਬਾਕੀ ਦੂਜਿਆਂ ਨਾਲ ਸ਼ੇਅਰ ਕਰਨਾ, ਇਹ ਸੰਤੋਖ। ਤੋ ਸਤਿਗੁਰੂ ਕਹਿੰਦੇ ਹਨ ਕਿ ਅਕਾਲ ਪੁਰਖ ਦਾ ਨਾਮ ਦੇ ਨਾਲ ਜੁੜਨ ਕਰਕੇ, ਨਾਮ ਦੇ ਸਿਮਰਨ ਕਰਕੇ ਸਤ ਤੇ ਸੰਤੋਖ ਦੇ ਗੁਣ ਜਿਹੜੇ ਹਨ ਉਹ ਸਾਡੇ ਅੰਦਰ ਆ ਜਾਂਦੇ ਹਨ। ਸੁਣਨ ਵਾਲੇ, ਨਾਮ ਜਪਨ ਕਰਨ ਵਾਲੇ ਦੇ, ਨਾਮ ਜਪਣ ਵਾਲੇ ਦੇ ਅੰਦਰ ਇਹ ਗੁਣ ਪੈਦਾ ਹੋ ਜਾਂਦੇ ਹਨ। ਇਹ ਦੋਹਾਂ ਲਫ਼ਜ਼ਾਂ ਦਾ, ਸਤ ਤੇ ਸੰਤੋਖ ਦਾ, ਗੁਰਬਾਣੀ ਵਿੱਚ ਅਨੇਕਾਂ ਵਾਰ ਇਕੱਠਿਆਂ ਇਸਤੇਮਾਲ ਹੋਇਆ ਹੈ। ਔਰ ਇਹਦੇ ਪਿੱਛੇ ਵੀ ਇੱਕ ਰਮਜ਼ ਹੈ ਕਿ ਇਹਨਾਂ ਦੋਹਾਂ ਗੁਣਾਂ ਦੇ ਵਿੱਚ ਇੱਕ ਸਾਂਝ ਹੈ ਕਿ ਬੰਦਾ ਸਤ ਵਾਲੀ ਆਦਤ ਵੀ, ਸਤ ਵਾਲਾ ਸੁਭਾਅ ਵੀ ਤਾਂ ਹੀ ਬਣਾ ਸਕਦਾ ਹੈ ਜੇ ਉਹਦੇ ਅੰਦਰ ਤ੍ਰਿਸ਼ਨਾ ਨਾ ਹੋਵੇ ਜਾਂ ਕੰਟਰੋਲ ਵਿੱਚ ਹੋਵੇ, ਤੇ ਸੰਤੋਖੀ ਵੀ ਬੰਦਾ ਤਾਂ ਹੋ ਸਕਦਾ ਹੈ ਜਦੋਂ ਉਹਦੇ ਅੰਦਰ ਤ੍ਰਿਸ਼ਨਾ ਕੰਟਰੋਲ ਵਿੱਚ ਹੋਵੇ। ਤੋ ਇਸ ਕਰਕੇ ਇਹਨਾਂ ਦੋਨਾਂ ਦੀ ਵਰਤੋਂ ਸਾਨੂੰ ਬਾਰ-ਬਾਰ ਇਕੱਠੇ ਹੋਇਆਂ ਮਿਲਦੀ ਹੈ। ਸਤ ਦਾ ਦੂਜਾ ਇਸਤੇਮਾਲ ਜਿਹੜਾ ਹੈ ਉਹ ਬਾਰ-ਬਾਰ ਇੱਕ ਹੋਰ ਜੋੜੇ, ਮਤਲਬ ਦੋ ਟਰਮਸ ਦੇ ਵਿੱਚ ਮਿਲਦਾ ਹੈ, ਜਿਹਦੇ ਜਪ ਸਤ ਦੀ ਗੱਲ ਕੀਤੀ ਜਾਂਦੀ ਹੈ। ਤੋ ਇੱਥੇ ਆਪਾਂ ਸਤ ਸੰਤੋਖ ਦੀ ਗੱਲ ਕਰੀਏ ਕਿ ਇਹ ਦੋਵੇਂ ਗੁਣ ਉਹ ਹਨ ਜਿਹੜੇ ਬੇਸਿਕਲੀ ਤ੍ਰਿਸ਼ਨਾ ਦੇ ਔਗਣ ਨੂੰ ਕਾਬੂ ਹੇਠ ਕਰਨ ਦੇ ਵਿੱਚ, ਉਹਨੂੰ ਓਵਰਪਾਵਰ ਨਾ ਕਰੇ ਸਾਨੂੰ, ਉਸ ਅਵਸਥਾ ਦੇ ਵਿੱਚ ਪਹੁੰਚਣ ਤੋਂ ਬਾਅਦ ਹੀ ਇਹ ਦੋਨੋਂ ਗੁਣ ਪੈਦਾ ਹੁੰਦੇ ਹਨ। ਤੇ ਅੱਗੇ ਸਤਿਗੁਰਾਂ ਨੇ ਗਿਆਨ ਦੀ ਗੱਲ ਕੀਤੀ ਹੈ ਕਿ ਜਦੋਂ ਗਿਆਨ ਦਾ ਪ੍ਰਕਾਸ਼ ਅੰਦਰ ਹੋ ਜਾਂਦਾ ਹੈ, ਅੰਦਰ ਗਿਆਨ ਦਾ ਅਰਥ ਹੁੰਦਾ ਹੈ ਪ੍ਰਕਾਸ਼ ਹੋਣਾ, ਭਾਵ ਅੰਦਰ ਚਾਨਣ ਹੋ ਜਾਣਾ। ਤੋ ਇਸੇ ਨੂੰ ਹੀ ਗਿਆਨ ਦਾ ਅਰਥ ਹੈ ਕਿ ਜਦੋਂ ਸਾਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਕੀ ਚੰਗਾ ਹੈ, ਕੀ ਮਾੜਾ ਹੈ। ਇਹ ਤਿੰਨ ਗੁਣ ਜਿਹੜੇ ਹਨ ਇਹ ਮਨੁੱਖ ਦੇ ਜੀਵਨ ਦੇ ਵਿੱਚ ਅੱਗੇ ਤਰੱਕੀ ਕਰਨ ਵਾਸਤੇ, ਖਾਸ ਕਰਕੇ ਆਤਮਿਕ ਤਰੱਕੀ ਵਾਸਤੇ ਅਤ ਲੋੜੀਂਦੇ ਗੁਣ ਹਨ। ਤੋ ਸਤਿਗੁਰੂ ਕਹਿੰਦੇ ਹਨ ਕਿ ਨਾਮ ਸਿਮਰਨ ਕਰਨ ਵਾਲੇ ਵਿਅਕਤੀ ਦੇ ਅੰਦਰ ਸਤ, ਸੰਤੋਖ ਤੇ ਗਿਆਨ ਦੇ ਗੁਣ ਸਹਿਜੇ ਹੀ ਪ੍ਰਵੇਸ਼ ਕਰ ਜਾਂਦੇ ਹਨ। ਔਰ ਇਹਨਾਂ ਗੁਣਾਂ ਦੇ ਪ੍ਰਵੇਸ਼ ਕਰਨ ਦੇ ਕਰਕੇ ਤੋ ਐਸਾ ਸੁਭਾਅ ਬਣ ਜਾਂਦਾ ਹੈ ਕਿ ਮਨੁੱਖ ਜ਼ਿੰਦਗੀ ਦੇ ਵਿੱਚ ਠੇਡੇ ਨਹੀਂ ਖਾਂਦਾ। ਉਹ ਅੱਗੇ ਚੱਲਣ ਦਾ ਧਾਰਮਿਕ ਰਸਤੇ ਤੇ, ਆਤਮਿਕ ਰਸਤੇ ਤੇ ਆਰਾਮ ਦੇ ਨਾਲ ਅੱਗੇ ਸੌਖਿਆਂ ਹੀ ਤੁਰਨਾ ਸ਼ੁਰੂ ਕਰ ਦਿੰਦਾ। ਤੇ ਇਹ ਤਿੰਨੇ ਗੁਣਾਂ ਦੇ ਨਾਲ ਜੋ ਆਤਮਿਕ ਅਵਸਥਾ, ਮਾਨਸਿਕ ਅਵਸਥਾ ਇਨਸਾਨ ਦੀ ਬਣ ਜਾਂਦੀ ਹੈ, ਇਹਨਾਂ ਤਿੰਨਾਂ ਗੁਣਾਂ ਦੇ ਪ੍ਰਾਪਤ ਹੋਣ ਦੇ ਨਾਲ ਉਹ ਇੱਕ ਅਤ ਪਵਿੱਤਰਤਾ ਵਾਲੀ ਬਣ ਜਾਂਦੀ ਹੈ, ਜਿਸ ਦਾ ਅੱਗੇ ਸਤਿਗੁਰੂ ਜ਼ਿਕਰ ਕਰ ਰਹੇ ਹਨ ਕਿ ਸੁਣਿਆ 68 ਕਾ ਇਸ਼ਨਾਨ। ਤਾਂ ਇਹ ਉਹ ਹਾਲਤ ਹੋ ਗਈ ਕਿ ਜਦੋਂ ਹਿਰਦੇ ਵਿੱਚ ਸਤ, ਸੰਤੋਖ ਤੇ ਗਿਆਨ ਦਾ ਪ੍ਰਕਾਸ਼ ਹੋ ਗਿਆ ਤਾਂ ਫਿਰ ਮਨੁੱਖ ਦਾ ਜੀਵਨ ਇੰਨਾ ਪਵਿੱਤਰ ਹੋ ਜਾਂਦਾ ਹੈ ਕਿ ਜਿਵੇਂ ਸਨਾਤਨ ਮਤ ਦੇ ਵਿੱਚ ਮੰਨੇ ਗਏ 68 ਤੀਰਥਾਂ ਦਾ ਇਸ਼ਨਾਨ। 68 ਤੀਰਥ ਕੀ ਹਨ? ਸਨਾਤਨ ਮਤ ਦੇ ਵਿੱਚ 68 ਐਸੇ ਤੀਰਥਾਂ ਦੀ ਲਿਸਟ ਮੰਨੀ ਜਾਂਦੀ ਹੈ ਜਿੱਥੇ ਇਸ਼ਨਾਨ ਕਰਨ ਦੇ ਨਾਲ, ਭਾਵ ਉੱਥੇ ਜਿਹੜਾ ਜਲ ਸਰੋਤ ਹੋਵੇ, ਕੋਈ ਤਲਾਬ ਦੀ ਸ਼ਕਲ ਵਿੱਚ ਹੈ ਜਾਂ ਆਮ ਤੌਰ ਤੇ ਦਰਿਆਵਾਂ ਦੀ ਜਾਂ ਸਮੁੰਦਰਾਂ ਦੀ ਸ਼ਕਲ ਦੇ ਵਿੱਚ ਹੈ, ਭਾਵ ਵਗਦੇ ਪਾਣੀ ਦੀ ਸ਼ਕਲ ਵਿੱਚ ਹੈ, ਤਾਂ ਉਹਨਾਂ ਥਾਵਾਂ ਦੇ ਉੱਤੇ ਜਾ ਕੇ ਉੱਥੇ ਇਸ਼ਨਾਨ ਕਰਨ ਦੇ ਨਾਲ ਇਹ ਮੰਨਿਆ ਜਾਂਦਾ ਹੈ ਕਿ ਮਨੁੱਖ ਦਾ ਅੰਦਰਲਾ ਪਵਿੱਤਰ ਹੋ ਜਾਂਦਾ ਹੈ। ਉਹਦੇ ਕੀਤੇ ਹੋਏ ਪਾਪ, ਉਹਦੇ ਕੀਤੇ ਹੋਏ ਗੁਨਾਹ, ਉਹਦੇ ਅੰਦਰ ਜੰਮੀ ਹੋਈ ਮੈਲ ਧੋਤੀ ਜਾਂਦੀ ਹੈ। ਤੇ ਅਜਿਹੇ 68 ਥਾਵਾਂ ਮੰਨੀਆਂ ਗਈਆਂ ਹਨ, 68 ਤੀਰਥ ਮੰਨੇ ਗਏ ਹਨ ਜਿਹੜੇ ਪੂਰੇ ਭਾਰਤ ਵਿੱਚ ਹਨ, ਉੱਤਰ, ਦੱਖਣ, ਪੂਰਬ, ਪੱਛਮ ਸਭ ਥਾਵਾਂ ਦੇ ਉੱਤੇ ਇਹ ਸਾਰੇ ਹਨ। ਤੇ ਇਨਸਾਨ ਨੂੰ ਇਹ ਕਿਹਾ ਜਾਂਦਾ ਹੈ ਕਿ ਤੂੰ ਵੱਧ ਤੋਂ ਵੱਧ ਤੀਰਥਾਂ ਦਾ ਇਸ਼ਨਾਨ ਕਰ ਤਾਂ ਕਿ ਤੇਰੇ ਅੰਦਰ ਪਵਿੱਤਰਤਾ ਆਵੇ। ਤੋ ਸਤਿਗੁਰੂ ਕਹਿੰਦੇ ਹਨ ਕਿ ਕੁੱਲ ਤੀਰਥ 68 ਮੰਨੇ ਗਏ ਹਨ। ਤੋ ਇਸ ਤਰੀਕੇ ਨਾਲ ਜਿੰਨੀ ਪਵਿੱਤਰਤਾ ਉਹਨਾਂ ਦੇ ਮਤ ਮੁਤਾਬਕ ਪ੍ਰਾਪਤ ਕੀਤੀ ਜਾ ਸਕਦੀ ਹੈ, ਉਹਦਾ ਅਗਰ ਵੱਧ ਤੋਂ ਵੱਧ ਵੀ ਪੈਮਾਨਾ ਲੈਣਾ ਹੋਵੇ
ਤਾਂ 68 ਦੇ 68 ਤੀਰਥਾਂ ਦਾ ਇਸ਼ਨਾਨ ਕਰਨ ਤੋਂ ਬਾਅਦ ਜਿਹੜੀ ਪਵਿੱਤਰਤਾ ਪ੍ਰਾਪਤ ਹੁੰਦੀ ਹੈ ਉਹੀ ਹੋਵੇਗਾ। ਤੇ ਸਤਿਗੁਰੂ ਕਹਿੰਦੇ ਹਨ ਕਿ ਜਦੋਂ ਨਾਮ ਸਿਮਰਨ ਕਰਨ ਵਾਲੇ ਦੇ ਹਿਰਦੇ ਵਿੱਚ ਸਤ, ਸੰਤੋਖ ਤੇ ਗਿਆਨ ਇਹ ਸਾਰੇ ਪ੍ਰਵੇਸ਼ ਕਰ ਜਾਂਦੇ ਹਨ, ਇਹ ਸਾਰੇ ਨਿਵਾਸ ਕਰ ਲੈਂਦੇ ਹਨ, ਤਾਂ ਉਹਦੀ ਅਵਸਥਾ ਐਸੀ ਬਣ ਜਾਂਦੀ ਹੈ ਕਿ ਉਹ 68 ਦੇ 68 ਤੀਰਥਾਂ ਦੇ ਇਸ਼ਨਾਨ ਕਰਨ ਨਾਲ ਜਿੰਨੀ ਉਹ ਕਹਿੰਦੇ ਹਨ ਕਿ ਪਵਿੱਤਰਤਾ ਆਉਂਦੀ ਹੈ, ਇਹ ਉਨੀ ਹੀ ਆ ਜਾਂਦੀ ਹੈ, ਸ਼ਾਇਦ ਉਸ ਤੋਂ ਵੱਧ ਆ ਜਾਂਦੀ ਹੈ। तो सुनिए 68 का इशनान, सुनिए पढ़ पढ़ पावे मान। तो इतने पढ़ पढ़ का अर्थ है विद्या ਨੂੰ ਪੜ੍ਹਨਾ, ਵਿਦਿਆ ਪ੍ਰਾਪਤ ਕਰਨਾ। ਪਾਵੇ ਭਾਵ ਪਾਉਂਦੇ ਹਨ ਤੇ ਮਾਣ ਦਾ ਮਤਲਬ ਹੈ ਸਤਿਕਾਰ। ਇਸ ਜਗਤ ਦੇ ਵਿੱਚ, ਧਾਰਮਿਕ ਜਗਤ ਦੇ ਵਿੱਚ ਤੇ ਸਾਡੇ ਆਮ ਦੁਨਿਆਵੀ ਸੰਸਾਰਿਕ ਜਗਤ ਦੇ ਵਿੱਚ ਜਿਹੜੇ ਪੜ੍ਹੇ ਲਿਖੇ ਵਿਅਕਤੀ ਹਨ ਉਹਨਾਂ ਦਾ ਸਤਿਕਾਰ ਬਹੁਤ ਹੁੰਦਾ ਹੈ। ਤੋ ਸਤਿਗੁਰੂ ਕਹਿੰਦੇ ਹਨ ਅਸੀਂ ਜਦੋਂ ਪੜ੍ਹੇ ਲਿਖੇ ਵਿਅਕਤੀ ਦਾ ਵੀ ਸਤਿਕਾਰ ਕਰਦੇ ਹਾਂ ਤਾਂ ਸਤਿਕਾਰ ਉਹਦੀਆਂ ਡਿਗਰੀਆਂ ਦਾ ਜਾਂ ਉਹਦੇ ਕਾਗਜ਼ਾਂ ਦਾ ਨਹੀਂ ਕਰਦੇ ਜਿਨ੍ਹਾਂ ਤੋਂ ਉਹਨੇ ਪੜ੍ਹਿਆ। ਅਸੀਂ ਇਹ ਅਜ਼ਿਊਮ ਕਰਕੇ ਕਰਦੇ ਹਾਂ ਕਿ ਜਿਹੜਾ ਵਿਅਕਤੀ ਪੜ੍ਹਿਆ ਲਿਖਿਆ ਹੈ, ਖਾਸ ਕਰਕੇ ਧਾਰਮਿਕ ਖੇਤਰ ਦੇ ਵਿੱਚ ਜਿਹਨੇ ਜ਼ਿਆਦਾ ਗ੍ਰੰਥ ਪੜ੍ਹੇ ਹਨ, ਜਿਹਨੂੰ ਜ਼ਿਆਦਾ ਗਿਆਨ ਹੈ, ਜਿਹਨੇ ਜ਼ਿਆਦਾ ਮਤਲਬ ਜਿਹੜੀਆਂ ਸਕ੍ਰਿਪਚਰਸ ਨੇ ਉਹਨਾਂ ਦੀ ਸਟੱਡੀ ਕੀਤੀ ਹੈ, ਤਾਂ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਇਸ ਗਿਆਨ ਦਾ ਕੁਝ ਹਿੱਸਾ ਉਹਦੇ ਆਪਣੇ ਪ੍ਰੈਕਟੀਕਲ ਜੀਵਨ ਦੇ ਵਿੱਚ ਵੀ ਆਇਆ ਹੋਇਆ ਹੈ ਤੇ ਅਸੀਂ ਉਹਦਾ ਮਾਣ ਸਤਿਕਾਰ ਕਰਦੇ ਹਾਂ। ਅਸੀਂ ਆਮ ਵਰਤੋਂ ਵੀ ਕਰਦੇ ਹਾਂ ਕਿ ਤੂੰ ਗੱਲਾਂ ਹੈ ਤਾਂ ਬੜਾ ਪੜ੍ਹਿਆ ਲਿਖਿਆ, ਪਰ ਅਸੀਂ ਸੋਚਿਆ ਸੀ ਵੀ ਤੂੰ ਬਹੁਤ ਚੰਗਾ ਬੰਦਾ ਹੋਏਗਾ ਪਰ ਤੂੰ ਉਹਨਾਂ ਚੰਗਾ ਨਹੀਂ ਨਿਕਲਿਆ। ਇਹ ਸਾਡੀ ਉਸ ਅਜ਼ੰਪਸ਼ਨ ਨੂੰ ਹੀ ਸ਼ੋ ਕਰਦਾ ਹੈ। ਤਾਂ ਅਸੀਂ ਸਤਿਕਾਰ ਕਰਦੇ ਹਾਂ ਬਹੁਤ ਪੜ੍ਹੇ ਲਿਖੇ ਮਨੁੱਖਾਂ ਦਾ। ਤੇ ਸਤਿਗੁਰੂ ਕਹਿੰਦੇ ਹਨ ਕਿ ਜਿਹੜੇ ਗੁਣ ਪੜ੍ਹਾਈ ਦੇ ਨਾਲ ਆਣੇ ਸਨ ਉਹ ਜਿਹੇ ਗੁਣ ਨਾਮ ਸਿਮਰਨ ਵਾਲੇ ਦੇ ਅੰਦਰ ਆ ਜਾਣਗੇ ਤੇ ਉਸ ਦਾ ਸਤਿਕਾਰ ਇਸ ਢੰਗ ਨਾਲ ਕੀਤਾ ਜਾਏਗਾ ਕਿ ਜਿਵੇਂ ਕਿ ਇੱਕ ਬਹੁਤ ਪੜ੍ਹਿਆ ਲਿਖਿਆ ਵਿਅਕਤੀ ਹੋਵੇ ਤਾਂ ਭਗਤ ਜਨਾਂ ਨੂੰ ਉਹ ਗੁਣ, ਉਹ ਸਤਿਕਾਰ ਜਿਹੜਾ ਹੈ ਉਹ ਸਹਿਜੇ ਹੀ ਨਾਮ ਦੇ ਸਿਮਰਨ ਰਾਹੀਂ ਉਸ ਅਕਾਲ ਪੁਰਖ ਦੇ ਨਾਮ ਨੂੰ ਆਪਣੀ ਸੁਰਤ ਵਿੱਚ ਵਸਾਉਣ ਦੇ ਨਾਲ ਹੀ ਪ੍ਰਾਪਤ ਹੋ ਜਾਂਦਾ ਹੈ। ਤਾਂ ਸੁਣਿਆ ਲੱਗੈ ਸਹਿਜ ਧਿਆਨ। ਹੁਣ ਸਹਿਜ ਜੋ ਹੈ ਉਹ ਅਵਸਥਾ ਦਾ ਜ਼ਿਕਰ ਬਾਰ-ਬਾਰ ਗੁਰਬਾਣੀ ਵਿੱਚ ਆਇਆ ਹੈ। ਇਹ ਇੱਕ ਲੰਬਾ ਵਿਸ਼ਾ ਹੈ ਪਰ ਸੰਖੇਪ ਵਿੱਚ ਆਪਾਂ ਇਸ ਨੂੰ ਇਉਂ ਹੀ ਲਈਏ, ਅਸੀਂ ਇਸ ਨੂੰ ਅਡੋਲਤਾ ਦੀ ਅਵਸਥਾ ਕਹਿ ਦਿੰਦੇ ਹਾਂ, ਜਿੱਥੇ ਸਾਨੂੰ ਦੁਨਿਆਵੀ ਜੋ ਸਾਡੇ ਉੱਤੇ ਅਸਰ ਪੈ ਰਹੇ ਹਨ ਉਹ ਅਸਰ ਨਾ ਕਰਨ। ਸੁੱਖ ਦਾ, ਦੁੱਖ ਦਾ, ਪੈਸਾ ਆਉਣਾ ਜਾਣਾ, ਗਰੀਬੀ ਦਾ, ਅਮੀਰੀ ਦਾ, ਸਤਿਕਾਰ ਦਾ ਜਾਂ ਹੋਰ ਇਸ ਤਰ੍ਹਾਂ ਦੀਆਂ ਅਵਸਥਾਵਾਂ। ਸਤਿਗੁਰੂ ਜੀ ਨੇ ਇੱਕ ਜਗ੍ਹਾ ਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਇੱਕ ਸ਼ਬਦ ਦੇ ਵਿੱਚ ਇਹ ਅਵਸਥਾ ਦੇ ਬਾਰੇ ਜੋ ਬਿਆਨ ਕੀਤਾ ਹੈ ਕਿ ਕੋਈ ਐਸਾ ਵਿਅਕਤੀ ਹੋਵੇ ਜਿਹੜਾ ਨਾ ਸੁੱਖ ਤੋਂ, ਨਾ ਦੁੱਖ ਤੋਂ, ਨਾ ਸੋਨੇ ਤੋਂ, ਨਾ ਮਿੱਟੀ ਤੋਂ, ਭਾਵ ਹੈ ਕਿ ਉਹਦੇ ਤੇ ਕੋਈ ਵੀ ਅਵਸਥਾ ਅਸਰ ਨਾ ਪਾਵੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਔਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਤਾਂ ਇਹ ਸਹਿਜ ਅਵਸਥਾ ਦਾ ਬਿਆਨ ਹੈ, ਆਪ ਸਾਰੇ ਇਸ ਤੋਂ ਜਾਣੂ ਹੋ। ਇਸ ਨੂੰ ਇਸ ਤਰ੍ਹਾਂ ਵੀ ਬਿਆਨ ਕੀਤਾ ਜਾਂਦਾ ਹੈ ਕਿ ਇਹ ਉਹ ਅਵਸਥਾ ਹੈ ਜਿਹਦੇ ਵਿੱਚ ਮਾਇਆ ਦੇ ਤਿੰਨਾਂ ਗੁਣਾਂ ਨੂੰ ਛੱਡ ਕੇ ਅਸੀਂ ਅੱਗੇ ਉਸ ਤੋਂ ਅਗਲੀ ਅਵਸਥਾ ਦੇ ਵਿੱਚ ਪਹੁੰਚ ਜਾਂਦੇ ਹਾਂ। ਤਾਂ ਤਿੰਨਾਂ ਗੁਣਾਂ ਤੋਂ ਛੱਡ ਕੇ ਜਿਹੜੀ ਚੌਥੀ ਅਵਸਥਾ ਅਸੀਂ ਕਹਿ ਦਿੰਦੇ ਹਾਂ, ਕਿਉਂਕਿ ਤਿੰਨ ਗੁਣ ਸਤ ਮਤਲਬ ਸਤਵ ਦਾ ਗੁਣ, ਤਮਸ ਦਾ ਗੁਣ ਤੇ ਰਜਸ ਦਾ ਗੁਣ, ਇਹਨਾਂ ਤਿੰਨਾਂ ਤੋਂ ਉੱਪਰ ਜਾਣ ਦੀ ਜਦੋਂ ਗੱਲ ਹੁੰਦੀ ਹੈ ਤਾਂ ਉਸ ਚੀਜ਼ ਨੂੰ ਚੌਥੀ ਅਵਸਥਾ ਵੀ ਕਹਿ ਦਿੱਤਾ ਜਾਂਦਾ ਹੈ, ਤੁਰੀਆ ਅਵਸਥਾ ਵੀ ਕਹਿ ਦਿੱਤਾ ਜਾਂਦਾ ਹੈ। ਪਰ ਇਹ ਜਿਹੜੀ ਅਵਸਥਾ ਹੈ ਇਹ ਉਹ ਅਵਸਥਾ ਹੈ ਜਿਹਦੇ ਵਿੱਚ ਇਨਸਾਨ ਇੱਕ ਅਡੋਲ ਬਿਰਤੀ ਦਾ ਹੋ ਜਾਂਦਾ ਹੈ। ਸੁਣਿਆ ਲੱਗੈ ਸਹਿਜ ਧਿਆਨ। ਤੋ ਧਿਆਨ ਦਾ ਅਰਥ ਹੈ ਬਿਰਤੀ। ਇਸ ਦਾ ਸੰਸਕ੍ਰਿਤ ਲਫ਼ਜ਼ ਹੈ ਵ੍ਰਿਤੀ, ਜਿਹਨੂੰ ਅਸੀਂ ਬਿਰਤੀ ਕਹਿ ਦਿੰਦੇ ਹਾਂ। ਭਾਵ ਸਾਡੀ ਬਿਰਤੀ ਇਸ ਕਿਸਮ ਦੀ ਹੋ ਜਾਂਦੀ ਹੈ ਕਿ ਸਾਡੇ ਬਿਰਤੀ ਨੂੰ ਦਰਅਸਲ ਮਾਨਸਿਕ ਅਵਸਥਾ ਦੇ ਤੌਰ ਦੇ ਉੱਤੇ ਅਸੀਂ ਸਮਝ ਸਕਦੇ ਹਾਂ। ਇਹ ਇਸ ਲਫ਼ਜ਼ ਦਾ ਯੋਗ ਮਤ ਦੇ ਵਿੱਚ ਬਹੁਤ ਇਸਤੇਮਾਲ ਕੀਤਾ ਗਿਆ ਹੈ, ਕਿਉਂਕਿ ਯੋਗ ਦੇ ਤਾਂ ਅਰਥ ਹੀ ਇਹ ਹਨ, ਯੋਗ ਸੂਤਰ ਦੇ, ਪਤੰਜਲੀ ਜੀ ਦੇ ਯੋਗ ਸੂਤਰ ਦੇ ਮੁਤਾਬਕ, ਕਿ ਜਦੋਂ ਅਸੀਂ ਆਪਣੇ ਮਨ ਦੀਆਂ ਬਿਰਤੀਆਂ ਨੂੰ ਕਾਬੂ ਕਰਕੇ ਆਪਣੇ ਕੰਟਰੋਲ ਵਿੱਚ ਲੈ ਆਉਂਦੇ ਹਾਂ ਜਾਂ ਬਿਰਤੀਆਂ ਦਾ ਨਾਸ਼ ਕਰ ਦਿੰਦੇ ਹਾਂ, ਇਹ ਸਾਰੀ ਪ੍ਰਕਿਰਿਆ ਦਾ ਨਾਮ ਹੀ ਉਹਨਾਂ ਨੇ ਡਿਫਾਈਨ ਕੀਤਾ ਹੈ ਕਿ ਇਹ ਯੋਗ ਹੈ।
ਤੋ ਇਹ ਬਿਰਤੀ ਭਾਵ ਮਾਨਸਿਕ ਅਵਸਥਾ ਸਾਡੀ ਸਹਿਜ ਵਾਲੀ ਹੋ ਜਾਂਦੀ ਹੈ। ਔਰ ਇਸ ਅਵਸਥਾ ਦੇ ਵਿੱਚ ਜੋ ਗੁਰਮਤਿ ਦੇ ਵਿੱਚ ਮੰਨਿਆ ਗਿਆ ਹੈ ਕਿ ਇਸ ਅਡੋਲਤਾ ਦੇ ਵਿੱਚ ਅਕਾਲ ਪੁਰਖ ਦੇ ਨਾਲ ਬੰਦਾ ਹਰ ਵੇਲੇ ਜੁੜ ਸਕਦਾ ਹੈ, ਜੁੜਿਆ ਰਹਿ ਸਕਦਾ ਹੈ, ਕਿਉਂਕਿ ਉਹਦੇ ਉੱਤੇ এনवायरमेंट ਦਾ ਕਿਸੇ ਵੀ ਕੋਈ ਇਵੈਂਟ ਦਾ, ਕੋਈ ਸੁੱਖ ਦੁੱਖ ਦਾ ਜਾਂ ਕਿਸੇ ਹੋਰ ਚੀਜ਼ ਦਾ ਕੋਈ ਅਸਰ ਨਹੀਂ ਪੈਂਦਾ। ਤੋ ਇਹਦੇ ਵਿੱਚ ਅਸੀਂ ਦੇਖੀਏ ਤਾਂ ਸਤਿਗੁਰਾਂ ਨੇ ਇਹ ਤਿੰਨ ਗੁਣਾਂ ਤੋਂ ਗੱਲ ਸ਼ੁਰੂ ਕੀਤੀ ਹੈ, ਸਤ, ਸੰਤੋਖ ਤੇ ਗਿਆਨ ਦੀ। ਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਇਹ ਤਿੰਨ ਵੱਡੇ ਗੁਣ ਪ੍ਰਾਪਤ ਕਰਨ ਤੋਂ ਬਾਅਦ ਇਨਸਾਨ ਦਾ ਜੀਵਨ ਪਵਿੱਤਰ ਹੋ ਜਾਂਦਾ ਹੈ। ਉਸ ਦਾ ਮਾਣ ਸਤਿਕਾਰ ਜਗਤ ਦੇ ਵਿੱਚ ਇਹਨਾਂ ਗੁਣਾਂ ਦੇ ਕਰਕੇ ਜੋ ਅਵਸਥਾ ਬਣਦੀ ਹੈ, ਉਸ ਅਵਸਥਾ ਵਿੱਚ ਮਾਣ ਸਤਿਕਾਰ ਵੱਧਦਾ ਹੈ ਔਰ ਉਸ ਦੀ ਬਿਰਤੀ ਆਪਣੇ ਟਿਕਾਣੇ ਉੱਤੇ ਰਹਿੰਦੀ ਹੈ ਕਿ ਮੇਰੇ ਜੀਵਨ ਦਾ ਮਨੋਰਥ ਕੀ ਹੈ, ਮੈਂ ਕੀ ਕਰਨਾ ਹੈ, ਕੀ ਨਹੀਂ ਕਰਨਾ। ਕਿਉਂਕਿ ਗਿਆਨ ਦੇ ਨਾਲ ਸਾਨੂੰ ਇਹ ਵਿਵੇਕ ਅਵਸਥਾ, ਸਾਡੀ ਵਿਵੇਕ ਮਤ ਪੈਦਾ ਹੋ ਜਾਂਦੀ ਹੈ ਤੇ ਸਾਡੇ ਲਈ ਫਿਰ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਉਹ ਸਹਿਜ ਦੀ ਅਵਸਥਾ ਨੂੰ ਮੇਨਟੇਨ ਕਰਨਾ ਕੋਈ ਔਖਾ ਨਹੀਂ ਰਹਿੰਦਾ। ਤੇ ਅੱਗੇ ਸਤਿਗੁਰੂ ਜੀ ਫਿਰ ਜਿਹੜੀ ਇਸ ਪੌੜੀ ਦਾ ਕੀ ਅਸੀਂ ਕਹੀਏ ਕਿ ਸਭ ਤੋਂ ਇੰਪੋਰਟੈਂਟ ਤੁਕਾਂ ਹਨ ਸਾਡੇ ਲਈ, ਜਿਹੜੀਆਂ ਸਾਡੇ ਲਈ ਪ੍ਰੇਰਨਾਦਾਇਕ ਹਨ। ਜਿਵੇਂ ਦੂਜੇ ਸ਼ਬਦਾਂ ਵਿੱਚ ਇੱਕ ਰਹਾਉ ਦੀ ਪੰਕਤੀ ਹੁੰਦੀ ਹੈ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ। ਤੋ ਹੁਣ ਸਤਿਗੁਰੂ ਇੱਕ ਵਾਰੀ ਫਿਰ ਸਾਨੂੰ ਸਮਝਾ ਰਹੇ ਹਨ ਕਿ ਨਾਮ ਸਿਮਰਨ ਨਾਲ ਜੁੜੇ ਹੋਏ ਵਿਅਕਤੀ ਸਦਾ ਵਿਗਾਸ ਭਾਵ ਸਦੀਵੀ ਖੇੜੇ, ਸਦੀਵੀ ਚਾਓ, ਸਦੀਵੀ ਆਨੰਦ ਦੀ ਅਵਸਥਾ ਵਿੱਚ ਰਹਿੰਦੇ ਹਨ ਔਰ ਉਹਨਾਂ ਦੇ ਹਰ ਕਿਸਮ ਦੇ ਦੁੱਖ ਪਾਪ ਭਾਵ ਹਰ ਤਰ੍ਹਾਂ ਦੀਆਂ ਡਾਈਵਰਸ਼ਨਸ ਦਾ, ਕਲੇਸ਼ਾਂ ਦਾ, ਪਰੇਸ਼ਾਨੀਆਂ ਦਾ ਬਿਲਕੁਲ ਨਾਸ਼ ਹੋ ਜਾਂਦਾ ਹੈ। ਕਿਉਂਕਿ ਜਦੋਂ ਅਸੀਂ ਵਿਗਾਸ ਦੀ ਅਵਸਥਾ ਵਿੱਚ ਆ ਗਏ, ਸਹਿਜ ਦੀ ਅਵਸਥਾ ਵਿੱਚ ਆ ਗਏ, ਸਤ ਸੰਤੋਖ ਗਿਆਨ ਦੀ ਅਵਸਥਾ ਵਿੱਚ ਆ ਗਏ, ਤਾਂ ਇਹਨਾਂ ਚੀਜ਼ਾਂ ਵਾਸਤੇ ਸਾਰਾ ਗੁਣਾ ਕੇਗਾ, ਸੁਣਿਐ ਸ਼ੇਖ ਸ਼ੇਖ ਪੀਰ ਪਾਤਸ਼ਾਹ, ਸੁਣਿਐ ਹਾਂਜੀ ਆਈ ਹੈ ਜੀ, ਆ ਰਹੀ ਹੈ ਜੀ। तो इस पौड़ी का एक बार फिर पाठ कर लीए क्योंकि आवाज शायद विचों डिसरप्ट हो गई सी। सुने सरा गुणा केगा, सुने शेख पीर पातशाह, सुने अंधे पावै राह, सुने हाथ होवे असगा, नानक भगता सदा विगास, सुनिए दुख पाप का नाश। तो सतगुरु ने इत्थे शुरू किया है इस पौड़ी में। जो सतगुरु कहते हैं कि जदों असीं नाम सिमरन दे विच अपनी सुरत जोड़ लेंदे हां तो साडी अवस्था इउं बन जाती है कि सरा गुणा के गा। सरा गुणा का भाव है, सरा गुणा के इन्हां तिन्नां लफ्ज़ों का अर्थ है कि गुणा दे समुंदर, गुणा दे सरोवर। भाव इसका अर्थ असी अकाल पुरख तो ही गुणा तो ही लै सकते हाँ कि गा का अर्थ है वो व्यक्ति, ये प्लूरल दे किया उन्होंने कि जिहड़े गाउण वाले हुंदे हैं। असी आम भी भाषा विच लफ्ज़ वरतते हाँ कि बई मैं निकलिया सी ते सारा शहर गाह आया पर हथ कुछ नहीं लगा। उस तरह ही ये है कि जदों असी गाहण वाला व्यक्ति हुंदा है, इसका अर्थ है कि उन्होंने सारी उस एरिए की वाकफियत है, उन्होंने सूझ है, ज्ञान है। तो सतगुरु कहते हैं कि नाम दे विच सुरत जोड़न वाले व्यक्ति गुणा दे सरोवर, जो गुणा का सरोवर है ਉਹਦੀ ਸੂਝ ਰੱਖਣ ਵਾਲੇ ਹੋ ਜਾਂਦੇ ਹਨ, ਉਹਦੇ ਤੋਂ ਵਾਕਿਫ ਹੋ ਜਾਂਦੇ ਹਨ। ਉਹਨੂੰ ਹਰ ਤਰੀਕੇ ਦੇ ਨਾਲ ਉਹ ਜਿੱਥੇ ਚਾਹਣ ਉੱਥੋਂ ਗੁਣ ਪ੍ਰਾਪਤ ਕਰ ਸਕਦੇ ਹਨ। ਉਹਨਾਂ ਨੂੰ ਉਸ ਗੁਣਾਂ ਦੇ ਸਮੁੰਦਰ ਦਾ ਸੰਪੂਰਨ ਗਿਆਨ ਹੋ ਜਾਂਦਾ। ਹੁਣ ਇਸ ਦਾ ਅਰਥ ਕੀ ਹੋਇਆ? ਸਤਿਗੁਰੂ ਇਸ਼ਾਰਾ ਕਰ ਰਹੇ ਹਨ ਕਿ ਨਾਮ ਸਿਮਰਨ ਦੇ ਨਾਲ ਸਾਡੀ ਵਾਕਫੀਅਤ ਉਹ ਗੁਣਾਂ ਦੇ ਸਮੁੰਦਰ ਨਾਲ, ਜਾਂ ਇਉਂ ਕਹੀਏ ਕਿ ਗੁਣਾਂ ਦੇ ਮਾਲਕ ਨਾਲ ਐਸੀ ਹੋ ਜਾਂਦੀ ਹੈ ਕਿ ਉਹਦੇ ਵਿੱਚੋਂ
ਜੋ ਅਸੀਂ ਚਾਹੀਏ ਉਹਦੇ ਚੋਂ ਪ੍ਰਾਪਤ ਕਰ ਲੈਂਦੇ ਹਾਂ। ਭਾਵ ਉਹਨਾਂ ਦੇ ਅੰਦਰ ਬਹੁਤ ਗੁਣ ਪ੍ਰਾਪਤ ਹੋ ਜਾਂਦੇ ਹਨ, ਆ ਜਾਂਦੇ ਹਨ, ਸੁਤੇ ਹੀ ਆ ਜਾਂਦੇ ਹਨ, ਬਿਨਾਂ ਕਿਸੇ ਐਫਰਟ ਦੇ ਹੀ ਆ ਜਾਂਦੇ ਹਨ। ਐਫਰਟ ਇੱਕੋ ਹੀ ਹੈ ਕਿ ਉਸ ਪ੍ਰਭੂ ਦੇ ਨਾਲ, ਅਕਾਲ ਪੁਰਖ ਦੇ ਨਾਲ ਆਪਣੀ ਸੁਰਤ ਨੂੰ ਜੋੜਨਾ ਹੈ। ਤੋ ਸੁਣਿਆ ਸਰਾ ਗੁਣਾ ਕੇ ਗਾ, ਇਤਨੇ ਗੁਣ ਆ ਜਾਂਦੇ ਹਨ ਕਿ ਸੁਣਿਆ ਸ਼ੇਖ ਪੀਰ ਪਾਤਸ਼ਾਹ, ਕਿ ਉਹਦੀ ਅਵਸਥਾ ਕੈਸੀ ਬਣ ਜਾਂਦੀ ਹੈ। ਇਹਦਾ ਬਿਆਨ ਸਤਿਗੁਰੂ ਸਾਨੂੰ ਸਮਝਾ ਰਹੇ ਹਨ ਕਿ ਸ਼ੇਖ, ਇਹ ਤਿੰਨੋਂ ਲਫ਼ਜ਼ ਸ਼ੇਖ ਪੀਰ ਪਾਤਸ਼ਾਹ ਜੋ ਤਿੰਨੋਂ ਲਫ਼ਜ਼ ਹਨ, ਇਹ ਇਸਲਾਮੀ ਦੁਨੀਆ ਦੇ ਲਫ਼ਜ਼ ਹਨ। ਤੋ ਇਹਨੂੰ ਥੋੜਾ ਜਿਹਾ ਆਪਾਂ ਸਮਝ ਲਈਏ ਕਿ ਸ਼ੇਖ ਕਿਹਾ ਜਾਂਦਾ ਹੈ ਜਿਹੜੇ ਖਾਸ ਕਰਕੇ ਸੂਫੀਆਂ ਦੇ ਜਿਹੜੇ ਫਿਰਕੇ ਹੁੰਦੇ ਹਨ। ਵੈਸੇ ਸ਼ੇਖ ਦਾ ਅਰਥ ਹੁੰਦਾ ਹੈ ਆਗੂ, ਪਰ ਇਹਨੂੰ ਸਪੈਸੀਫਿਕਲੀ ਮੁਸਲਮਾਨਾਂ ਦੇ ਵਿੱਚ ਇਹ ਵਰਤਿਆ ਜਾਂਦਾ ਹੈ ਕਿ ਜਿਹੜੇ ਸੂਫੀ ਸਿਲਸਿਲੇ ਹਨ, ਉਹਨਾਂ ਦੇ ਜਿਹੜੇ ਸਭ ਤੋਂ ਵੱਡੇ ਆਗੂ ਹੁੰਦੇ ਹਨ, ਜੋ ਉੱਥੇ ਮੁਰਸ਼ਿਦ ਵੱਡੇ ਗੁਰੂ ਦਾ ਦਰਜਾ ਰੱਖਦੇ ਹਨ, ਉਹਨਾਂ ਨੂੰ ਸ਼ੇਖ ਕਿਹਾ ਜਾਂਦਾ ਹੈ। ਦੂਜਾ ਲਫ਼ਜ਼ ਹੈ ਪੀਰ। ਪੀਰ ਕਿਹਾ ਜਾਂਦਾ ਹੈ ਜੋ ਇਸਲਾਮੀ ਦੇ ਵਿੱਚ ਧਰਮ ਦੇ ਸ਼ਰ੍ਹਾ ਦਾ ਗਿਆਨ ਰੱਖਣ ਵਾਲੇ ਨੇ, ਭਾਵ ਧਾਰਮਿਕ ਆਗੂ ਹੁੰਦੇ ਹਨ, ਜਿਹੜੇ ਧਰਮ ਦੇ ਵਿੱਚ ਸੇਧ ਦਿੰਦੇ ਹਨ ਕਿ ਧਰਮ ਦੇ ਵਿੱਚ ਅਮਲ ਕਰਨ ਦੇ ਜਦੋਂ ਕੋਈ ਇਨਸਾਨ ਨੂੰ ਡਿਫਿਕਲਟੀ ਆਉਂਦੀ ਹੈ ਤਾਂ ਉਹ ਕਿਸੇ ਪੀਰ ਦੀ ਗਾਈਡੈਂਸ ਲੈਂਦਾ ਹੈ। ਤੇ ਪਾਤਸ਼ਾਹ ਇਸਲਾਮੀ ਸ਼ਬਦ ਹੈ, ਦੁਨਿਆਵੀ ਵੱਡੀਆਂ ਸਲਤਨਤਾਂ ਦੇ ਜਿਹੜੇ ਮਾਲਕ ਬਾਦਸ਼ਾਹ ਹੁੰਦੇ ਸਨ। ਸ਼ਾਹ ਕਿਹਾ ਜਾਂਦਾ ਹੈ ਰਾਜੇ ਨੂੰ, ਤੇ ਪਾਤਸ਼ਾਹ ਹੋ ਗਿਆ ਇੱਕ ਬਹੁਤ ਵੱਡਾ ਰਾਜਾ। ਤੋ ਇੱਥੇ ਜਿਹੜਾ ਸ਼ੇਖ ਦਾ ਲਫ਼ਜ਼ ਹੈ, ਇਹਦੇ ਨਾਲ ਅਸੀਂ ਵੈਸੇ ਵੀ ਫੈਮਿਲੀਅਰ ਹਾਂ। ਜਿਸ ਤਰ੍ਹਾਂ ਅਸੀਂ ਬਾਣੀ ਦੇ ਵਿੱਚ ਸਤਿਗੁਰਾਂ ਨੇ ਦਰਜ ਕੀਤਾ ਹੈ, ਬਾਣੀ ਸ਼ੇਖ ਫਰੀਦ ਜੀ ਹੋ ਗਈ, ਸ਼ੇਖ ਫਰੀਦ ਜੀ ਦੀ ਬਾਣੀ ਹੈ। ਸ਼ੇਖ ਦੀ ਦਰਜਾ ਉਹਨਾਂ ਨੂੰ ਇਹ ਨਹੀਂ ਕਿ ਸਿਰਫ ਅਸੀਂ ਸਤਿਕਾਰ ਲਈ ਕਹਿ ਰਹੇ ਹਾਂ, ਉੱਥੇ ਉਹ ਸੂਫੀ ਸਿਲਸਿਲੇ ਦੇ ਵਿੱਚ ਉਹਨਾਂ ਨੂੰ ਇਹ ਦਰਜਾ ਮਿਲਿਆ ਹੋਇਆ ਸੀ। ਉਹ ਜੋ ਸਿਲਸਿਲਾ ਹੈ ਜਿਨ੍ਹਾਂ ਦਾ ਤੁਸੀਂ ਦਿੱਲੀ ਦੇ ਵਿੱਚ ਵੀ ਦੇਖਦੇ ਹੋ, ਹਜ਼ਰਤ ਨਿਜ਼ਾਮੁਦੀਨ, ਉਹ ਸ਼ੇਖ ਫਰੀਦ ਜੀ ਦੇ ਉਹਨਾਂ ਦੇ ਚੇਲੇ ਸਨ। ਤੇ ਸ਼ੇਖ ਫਰੀਦ ਜੀ ਹਜ਼ਰਤ ਨਿਜ਼ਾਮੁਦੀਨ ਔਲੀਆ ਤੋਂ ਪਹਿਲੇ ਸ਼ੇਖ ਸਨ ਉਸ ਸਿਲਸਿਲੇ ਦੇ। ਤਾਂ ਉਹਨਾਂ ਦੇ ਉਹ ਸ਼ਾਗਿਰਦ ਸਨ ਜਿਹੜੇ ਕਿ ਹਜ਼ਰਤ ਨਿਜ਼ਾਮੁਦੀਨ ਔਲੀਆ, ਉਸ ਤੋਂ ਪਹਿਲੇ ਹੀ ਉਹ 12ਵੇਂ ਸਥਾਨ ਤੇ ਸਨ ਤੇ ਸ਼ਾਇਦ ਇਹ 13ਵੇਂ ਸਥਾਨ ਤੇ। ਇਸ ਤਰੀਕੇ ਦੇ ਨਾਲ ਇਹ ਉਸ ਧਾਰਮਿਕ ਫਿਰਕੇ ਦੇ ਜਿਹੜਾ ਹੈ ਉਹਦੇ ਉਹ ਮੁਖੀ ਸਨ। ਇੱਕ ਹੋਰ ਧਾਰਮਿਕ ਫਿਰਕੇ ਦੇ ਮੁਖੀ ਦਾ ਵੀ ਸਾਡੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਸਾਈਂ ਮੀਆਂ ਮੀਰ ਜੀ ਦਾ। ਉਹ ਕਾਦਰੀ ਸਿਲਸਿਲੇ ਦੇ ਮੁਖੀ ਸਨ। ਸ਼ੇਖ ਫਰੀਦ ਜੀ ਚਿਸ਼ਤੀ ਸਿਲਸਿਲੇ ਦੇ ਮੁਖੀ ਸਨ ਤੇ ਇਧਰ ਸਾਈਂ ਮੀਆਂ ਮੀਰ ਜੀ ਕਾਦਰੀ ਸਿਲਸਿਲੇ ਦੇ ਮੁਖੀ ਸਨ, ਜੋ ਲਾਹੌਰ ਦੇ ਵਿੱਚ ਰਹਿੰਦੇ ਸਨ। ਤਾਂ ਇਹ ਸ਼ੇਖ ਜਿਹੜੇ ਸਨ, ਇਹਨਾਂ ਦਾ ਪੀਰ ਨਾਲੋਂ ਫਰਕ ਇਹ ਹੁੰਦਾ ਸੀ ਕਿ ਸ਼ੇਖ ਨੂੰ ਮਨੁੱਖ ਦੇ ਜੀਵਨ ਦਾ ਇੱਕ ਪੱਖ ਦਾ ਆਗੂ ਨਹੀਂ ਸੀ ਮੰਨਿਆ ਜਾਂਦਾ। ਉਹ ਸੰਸਾਰਕ, ਧਾਰਮਿਕ, ਰਾਜਸੀ ਹਰ ਤਰੀਕੇ ਨਾਲ ਉਹ ਅਗਵਾਈ ਕਰਨ ਦੇ ਕਾਬਲ ਮੰਨਿਆ ਜਾਂਦਾ ਸੀ। ਔਰ ਵੱਡੇ ਵੱਡੇ ਪਾਤਸ਼ਾਹ ਜਾ ਕੇ ਇਹਨਾਂ ਦੇ ਕੋਲੋਂ ਅਗਵਾਈ ਲੈਂਦੇ ਦੇ ਬਾਰ-ਬਾਰ ਦਰਬਾਰ ਵਿੱਚ ਜਾ ਕੇ ਗਾਈਡੈਂਸ ਲੈਂਦੇ ਦਿਖਾਇਆ ਜਾਂਦਾ ਹੈ। ਜਾਂ ਸਾਈਂ ਮੀਆਂ ਮੀਰ ਜੀ ਦੇ ਦਰਬਾਰ ਦੇ ਵਿੱਚ ਵੱਡੇ ਵੱਡੇ ਮੁਗਲ ਬਾਦਸ਼ਾਹ ਆਉਂਦੇ ਰਹੇ ਨੇ। ਤੋ ਇਸ ਤਰੀਕੇ ਦੇ ਨਾਲ ਜਿਹੜੇ ਸ਼ੇਖ ਹਨ, ਇਹ ਦੁਨਿਆਵੀ ਤੇ ਧਾਰਮਿਕ, ਸੰਸਾਰਕ ਹਰ ਕਿਸਮ ਦੀ ਅਗਵਾਈ ਦਿੰਦੇ ਸਨ। ਪੀਰ ਜਿਹੜੇ ਸਨ ਉਹ ਧਾਰਮਿਕ ਅਗਵਾਈ ਦਿੰਦੇ ਸਨ ਤੇ ਪਾਤਸ਼ਾਹ ਹੋ ਗਏ ਰਾਜਸੀ ਅਗਵਾਈ ਦੇ। ਤੋ ਸਤਿਗੁਰੂ ਕਹਿੰਦੇ ਹਨ ਕਿ ਅਕਾਲ ਪੁਰਖ ਦੇ ਨਾਲ ਆਪਣੀ ਸੁਰਤ ਜੋੜਨ ਨਾਲ ਮਨੁੱਖ ਦੇ ਅੰਦਰ ਉਹ ਗੁਣ ਆ ਜਾਂਦੇ ਹਨ ਜਿਹੜੇ ਹਰ ਕਿਸਮ ਦੇ ਆਗੂਆਂ ਦੇ ਵਿੱਚ ਹੁੰਦੇ ਹਨ, ਭਾਵੇਂ ਉਹ ਧਾਰਮਿਕ ਖੇਤਰ ਦੇ ਹੋਣ, ਭਾਵੇਂ ਰਾਜਸੀ ਖੇਤਰ ਦੇ ਹੋਣ ਤੇ ਭਾਵੇਂ ਸੰਸਾਰਕ ਖੇਤਰ ਦੇ ਹੋਣ। ਭਾਵ ਉਹਨਾਂ ਦੇ ਅੰਦਰ ਬੇਅੰਤ ਗੁਣ, ਉਹ ਸਾਰੇ ਖਾਸੀਅਤਾਂ, ਉਹ ਸਾਰੇ ਗੁਣ ਪ੍ਰਾਪਤ ਹੋ ਜਾਂਦੇ ਸਨ, ਜਿਸ ਦੇ ਨਾਲ ਉਹ ਕਿਸੇ ਵਿਅਕਤੀ ਨੂੰ ਹਰ ਕਿਸਮ ਦੀ ਅਗਵਾਈ ਦੇ ਸਕਣ, ਭਾਵ ਉਹ ਉਸ ਲੀਡਰਸ਼ਿਪ ਰੋਲ ਦੇ ਵਿੱਚ ਜਾ ਸਕਣ। ਅੱਗੇ ਸਤਿਗੁਰੂ ਕਹਿੰਦੇ ਹਨ, ਸੁਣਿਆ ਅੰਧੇ ਭਾਵੈ ਰਾਹ। ਹੁਣ ਅੰਧੇ ਹੁੰਦੇ ਹਨ ਜਿਨ੍ਹਾਂ ਨੂੰ ਦਿਸਦਾ ਨਾ ਹੋਵੇ, ਪਰ ਇੱਥੇ ਸਰੀਰਕ ਅੰਨਿਆਂ ਦੀ ਗੱਲ ਨਹੀਂ ਕੀਤੀ ਗਈ। ਇੱਥੇ ਉਹਨਾਂ ਅੰਨਿਆਂ ਦੀ ਗੱਲ ਕੀਤੀ ਗਈ ਜਿਹੜੇ ਗਿਆਨ ਦੀ ਅਣਹੋਂਦ ਦੇ ਵਿੱਚ ਅੰਨੇ ਹਨ। ਉਹਨਾਂ ਕੋਲ ਗਿਆਨ ਨਹੀਂ, ਇਸ ਕਰਕੇ ਉਹਨਾਂ ਨੂੰ ਅੰਨੇ ਕਿਹਾ ਗਿਆ ਹੈ। ਤਾਂ ਆਪਾਂ ਇਸ ਦਾ ਅਰਥ ਕਰ ਸਕਦੇ ਹਾਂ ਕਿ ਗਿਆਨਹੀਨ ਵਿਅਕਤੀ
ਪ੍ਰਭੂ ਦੇ ਨਾਮ ਦੇ ਵਿੱਚ ਆਪਣੀ ਸੁਰਤ ਜੋੜਨ ਦੇ ਨਾਲ ਪਾਵੇਂ ਰਾਹ, ਉਹਨਾਂ ਨੂੰ ਰਸਤਾ ਮਿਲ ਜਾਂਦਾ ਹੈ। ਉਹ ਰਸਤੇ ਤੇ ਪੈ ਜਾਂਦੇ ਹਨ, ਰਸਤੇ ਤੇ ਚੱਲਣਾ ਸ਼ੁਰੂ ਕਰ ਦਿੰਦੇ ਹਨ। ਭਾਵ ਅਕਾਲ ਪੁਰਖ ਦੇ ਨਾਮ ਦੇ ਵਿੱਚ ਸੁਰਤ ਜੋੜਨ ਵਿੱਚ, ਅਕਾਲ ਪੁਰਖ ਨਾਲ ਆਪਣੀ ਸੁਰਤ ਨੂੰ ਟਿਊਨ ਕਰਨ ਦੇ ਨਾਲ ਗਿਆਨਹੀਨ ਵਿਅਕਤੀਆਂ ਦੀ ਵੀ ਉਹ ਅਵਸਥਾ ਹੋ ਜਾਂਦੀ ਹੈ ਕਿ ਉਹ ਆਪਣਾ ਰਾਹ ਲੱਭ ਲੈਂਦੇ ਹਨ ਕਿ ਮੈਂ ਆਪਣੇ ਜੀਵਨ ਨੂੰ ਕਿਸ ਤਰ੍ਹਾਂ ਸਫਲ ਕਰਨਾ ਹੈ, ਮੈਨੂੰ ਕਿਹੜੀਆਂ ਔਕੜਾਂ ਤੋਂ ਬਚਣ ਦੀ ਲੋੜ ਹੈ, ਕਿਹੜੇ ਗੁਣ ਧਾਰਨ ਕਰਨ ਦੀ ਲੋੜ ਹੈ ਤਾਂ ਕਿ ਮੈਂ ਆਪਣੇ ਜੀਵਨ ਨੂੰ ਸਫਲ ਕਰ ਸਕਾਂ। ਸੁਣਿਆ ਹਾਥ ਹੋਵੇ ਅਸਗਾ, ਅਸਗਾ ਹੁੰਦਾ ਹੈ ਡੂੰਘਾ ਸਮੁੰਦਰ। ਡੂੰਘਾ ਸਮੁੰਦਰ ਦਾ ਮਤਲਬ ਇਹ ਹੈ ਕਿ ਜਦੋਂ ਅਸੀਂ ਡੂੰਘੇ ਸਮੁੰਦਰ ਦੇ ਵਿੱਚ ਨਿਕਲਦੇ ਹਾਂ, ਕਿਸ਼ਤੀ ਤੇ, ਜਹਾਜ਼ ਤੇ, ਕਿਸੇ ਵਿੱਚ ਵੀ, ਤਾਂ ਉਹਦੇ 'ਚ ਇੱਕ ਬੜਾ ਵੱਡਾ ਰਿਸਕ ਹੁੰਦਾ ਹੈ ਕਿ ਕੀ ਅਸੀਂ ਇਸ ਨੂੰ ਕ੍ਰਾਸ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ। ਇਸ ਜੀਵਨ ਨੂੰ ਇਸ ਸਮੁੰਦਰ ਦੇ ਨਾਲ ਤੁਲਨਾ ਅਕਸਰ ਅਸੀਂ ਭੈ ਸਾਗਰ ਕਹਿ ਕੇ ਜਾਂ ਭਵ ਸਾਗਰ ਕਹਿ ਕੇ ਦਿੰਦੇ ਹਾਂ। ਇੱਥੇ ਉਹੀ ਗੱਲ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਡੂੰਘੇ ਸਮੁੰਦਰ ਦਾ ਵੀ ਹਾਥ ਹੋਵੇ, ਭਾਵ ਉਹਦੀ ਸਮਝ ਪੈ ਜਾਂਦੀ ਹੈ ਕਿ ਸਾਨੂੰ ਇਹ ਸਮਝ ਪੈ ਜਾਂਦੀ ਹੈ ਕਿ ਇਸ ਡੂੰਘੇ ਸਮੁੰਦਰ ਨੂੰ ਅਸੀਂ ਕਿਸ ਤਰ੍ਹਾਂ ਤਰਨਾ ਹੈ। ਸਾਨੂੰ ਸਮਝ ਆ ਜਾਂਦੀ ਹੈ ਕਿ ਇਹਦੀ 'ਚ ਅਸਲੀਅਤ ਕੀ ਹੈ, ਸਾਨੂੰ ਕਿਹੜੀ ਚੀਜ਼ ਡੁਬਾਉਣ ਵਾਲੀ ਹੈ, ਕਿਹੜੀ ਚੀਜ਼ ਤਾਰਨ ਵਾਲੀ ਹੈ, ਕਿਹੜੀ ਸਾਡਾ ਉਧਾਰ ਕਰਨ ਵਾਲੀ ਹੈ ਤੇ ਕਿਹੜੀ ਸਾਨੂੰ ਮੁਸ਼ਕਲਾਂ 'ਚ ਪਾਉਣ ਵਾਲੀ ਹੈ, ਕਿਹੜੀ ਗੱਲ ਸਾਡਾ ਰਸਤਾ ਸੌਖਾ ਕਰੇਗੀ, ਕਿਹੜੀ ਗੱਲ ਸਾਡਾ ਰਸਤਾ ਔਖਾ ਕਰੇਗੀ। ਤੋ ਸਤਿਗੁਰੂ ਕਹਿੰਦੇ ਹਨ ਕਿ ਪ੍ਰਭੂ ਦੇ ਨਾਮ ਨਾਲ ਸੁਰਤ ਜੋੜਨ ਦੇ ਨਾਲ ਸੁਤੇ ਹੀ, ਸੌਖਿਆਂ ਹੀ, ਆਪਣੇ ਆਪ ਹੀ ਸਾਨੂੰ ਇਸ ਡੂੰਘੇ ਸਮੁੰਦਰ ਦੀ ਅਸਲੀਅਤ ਸਮਝ ਆ ਜਾਂਦੀ ਹੈ। ਤਾਂ ਇਹਦਾ ਕੀ ਅਰਥ ਹੋਇਆ ਕਿ ਜਿਉਂ-ਜਿਉਂ ਸਾਡੀ ਸੁਰਤ ਨਾਮ ਦੇ ਵਿੱਚ ਜੁੜਦੀ ਹੈ, ਤੇ ਸਤਿਗੁਰੂ ਪਹਿਲਾਂ ਸਮਝਾ ਰਹੇ ਹਨ ਕਿ ਅਸੀਂ ਗੁਣਾਂ ਦੇ ਸਮੁੰਦਰ ਦੇ ਵਿੱਚ ਚੁੱਭੀ ਮਾਰ ਕੇ ਅਸੀਂ ਗੁਣ ਪ੍ਰਾਪਤ ਕਰ ਸਕਦੇ ਹਾਂ, ਸਰਾ ਗੁਣਾ ਕੇ ਗਾ, ਔਰ ਇਹੋ ਜਿਹੀ ਅਵਸਥਾ ਨੂੰ ਪ੍ਰਾਪਤ ਕਰ ਸਕਦੇ ਹਾਂ ਜਿਹੜੀ ਕਿ ਸ਼ੇਖ, ਪੀਰ, ਪਾਤਸ਼ਾਹ ਇਹਨਾਂ ਤਿੰਨਾਂ ਨੂੰ ਮਿਲਾ ਦੇਈਏ ਤੇ ਉਹ ਅਵਸਥਾ ਕਹਿ ਲਓ ਜਾਂ ਇਹਨਾਂ ਸਾਰਿਆਂ ਵਰਗੀ ਵੱਖੋ ਵੱਖਰੀ ਮੰਨ ਲਓ, ਕਿਸੇ ਤਰ੍ਹਾਂ ਵੀ ਮੰਨ ਲਓ, ਅਸੀਂ ਅਤ ਉੱਚੀ ਅਵਸਥਾ ਤੱਕ ਪਹੁੰਚ ਸਕਦੇ ਹਾਂ ਜੇ ਅਸੀਂ ਆਪਣੀ ਸੁਰਤ ਨੂੰ ਉਸ ਅਕਾਲ ਪੁਰਖ ਦੇ ਨਾਲ ਜੋੜ ਦਈਏ। ਔਰ ਫਿਰ ਭਾਵੇਂ ਜਿਸ ਤਰੀਕੇ ਨਾਲ ਅਸੀਂ ਗਿਆਨਹੀਨ ਵੀ ਅਵਸਥਾ ਤੋਂ ਸ਼ੁਰੂ ਕਿਉਂ ਨਾ ਕਰੀਏ ਤੇ ਸਾਨੂੰ ਰਾਹ ਲੱਭ ਜਾਏਗਾ, ਜਾਂ ਅਸੀਂ ਗਿਆਨਹੀਨ ਬੰਦਿਆਂ ਨੂੰ ਗਾਈਡ ਕਰਨ ਜੋਗੇ ਵੀ ਹੋ ਜਾਵਾਂਗੇ ਕਿ ਉਹਨਾਂ ਨੂੰ ਵੀ ਅਸੀਂ ਰਸਤੇ ਤੇ ਚਲਾਉਣ ਦੇ ਵਿੱਚ ਹੈਲਪ ਕਰ ਸਕੀਏ, ਔਰ ਸਾਨੂੰ ਇਸ ਸੰਸਾਰ ਸਮੁੰਦਰ ਤੋਂ ਪਾਰ ਜਾਣ ਦਾ ਰਸਤਾ ਸੌਖਿਆਂ ਹੀ ਲੱਭ ਪਵੇਗਾ ਕਿਉਂਕਿ ਸਾਨੂੰ ਇਹਦੀ ਸਮਝ ਆ ਜਾਵੇਗੀ। ਤੇ ਅਖੀਰ ਤੇ ਸਤਿਗੁਰੂ ਫੇਰ ਸਾਨੂੰ ਉਹੀ ਮੈਸੇਜ ਦਿੰਦੇ ਹਨ ਕਿ ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਰਨਾ। ਅਸੀਂ ਉਸ ਸਦੀਵੀ ਜੋ ਖੇੜਾ ਹੈ, ਵਿਗਾਸ ਹੈ, ਚਾਉ ਦੀ ਅਵਸਥਾ ਹੈ, ਆਨੰਦ ਦੀ ਅਵਸਥਾ ਹੈ, ਉਹਨੂੰ ਹਰ ਉਹ ਵਿਅਕਤੀ ਜਿਹਨੂੰ ਭਗਤ ਦੇ ਨਾਮ ਨਾਲ ਸਤਿਗੁਰਾਂ ਨੇ ਕਿਹਾ ਕਿ ਭਗਤਾਂ ਦੇ ਅੰਦਰ ਉਹ ਅਵਸਥਾ ਕੁਦਰਤੀ ਪੈਦਾ ਹੋ ਜਾਂਦੀ ਹੈ ਕਿਉਂਕਿ ਉਹਨਾਂ ਦੀ ਸੁਰਤੀ ਆਨੰਦ ਦੇ, ਚਾਉ ਦੇ, ਖੇੜੇ ਵਾਲੀ ਜੋ ਅਵਸਥਾ ਰੱਖਣ ਵਾਲੇ, ਸਦੀਵੀ ਅਵਸਥਾ ਖੇੜੇ ਦੀ ਰੱਖਣ ਵਾਲੇ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਜੁੜੀ ਹੁੰਦੀ ਹੈ। ਔਰ ਉਹਨਾਂ ਦੇ ਰਸਤੇ ਦੀਆਂ ਸਾਰੀਆਂ ਰੁਕਾਵਟਾਂ, ਭਾਵੇਂ ਦੁੱਖ ਹੋਣ, ਪਾਪ ਹੋਣ, ਕਿਸੇ ਲਫ਼ਜ਼ ਦੇ ਨਾਲ ਉਹਨੂੰ ਤੁਸੀਂ ਕਹਿ ਲਓ, ਉਹ ਸਾਰੀਆਂ ਰੁਕਾਵਟਾਂ ਸਾਡੇ ਖੇੜੇ ਦੇ ਰਸਤੇ ਵਿੱਚੋਂ ਆਪਣੇ ਆਪ ਹੀ ਦੂਰ ਹੋ ਜਾਂਦੀਆਂ ਹਨ। ਇਸ ਕਰਕੇ ਉਹ ਸਦਾ ਭਾਵ ਸਦੀਵੀ ਆਨੰਦ ਦੀ ਅਵਸਥਾ ਦੇ ਵਿੱਚ ਉਹ ਪਹੁੰਚ ਸਕਦੇ। ਤੋ ਆਓ ਹੁਣ ਇਹਨਾਂ 4 ਪੌੜੀਆਂ ਜੋ ਸੁਨੇਹਿਆਂ ਦੀਆਂ ਪੌੜੀਆਂ ਦੀ ਆਪਾਂ ਵਿਚਾਰ ਕੀਤੀ ਹੈ, ਆਪਾਂ ਉਹਨਾਂ 4 ਪੌੜੀਆਂ ਦੀ ਥੋੜ੍ਹੀ ਜਿਹੀ ਸਮੁੱਚੇ ਤੌਰ ਤੇ ਵਿਚਾਰ ਕਰ ਲਈਏ। ਇੱਥੇ ਮੈਂ ਥੋੜ੍ਹੀ ਜਿਹੀ ਆਪ ਜੀ ਤੋਂ ਲਿਬਰਟੀ ਲੈਣੀ ਚਾਹਾਂਗਾ ਕਿ ਮੈਂ ਗਾਈਡੈਂਸ ਲੈ ਰਿਹਾ ਹਾਂ ਪ੍ਰਿੰਸੀਪਲ ਤੇਜਾ ਸਿੰਘ ਨੇ ਜੋ ਇਹ ਵਿਆਖਿਆ ਕੀਤੀ ਹੈ ਉਸ ਤੋਂ। ਤੋ ਉਹ ਹਾਲਾਂਕਿ ਉਹਨਾਂ ਨੇ ਜੋ ਅਰਥ ਕੀਤੇ ਹਨ ਤੇ ਜੋ ਅਰਥ ਆਪਾਂ ਕੀਤੇ ਹਨ ਉਹਦੇ 'ਚ ਮਾਮੂਲੀ ਜਿਹਾ ਫਰਕ ਹੈ, ਮੇਰੀ ਨਜ਼ਰ ਵਿੱਚ ਤਾਂ ਕੋਈ ਫਰਕ ਨਹੀਂ ਅਸੀਂ ਕਹਿ ਸਕਦੇ। ਉਹਨਾਂ ਨੇ ਸੁਨੇਹਿਆਂ ਦੇ ਅਰਥ ਕੀਤੇ ਹਨ ਕਿ ਗੁਰੂ ਦੀ ਸਿੱਖਿਆ ਪ੍ਰਾਪਤ ਕਰਨ ਦੇ ਨਾਲ, ਪਰ ਜੇ ਅਸੀਂ ਇਸ ਗੱਲ ਨੂੰ ਸਮਝ ਲਈਏ ਕਿ ਗੁਰੂ ਦੀ ਸਿੱਖਿਆ ਹੀ ਸਾਨੂੰ ਨਾਮ ਮਾਰਗ ਤੇ ਤੋਰਨ ਦੀ ਹੈ, ਜਿਵੇਂ ਕਿ ਹੋਰ ਵਿਦਵਾਨ ਵੀ ਕਹਿੰਦੇ ਹਨ ਕਿ ਸਿੱਖੀ ਤਾਂ ਹੈ ਹੀ ਨਾਮ ਦਾ ਮਾਰਗ, ਤਾਂ ਗੁਰੂ ਦੀ ਸਿੱਖਿਆ ਵੀ ਸਾਨੂੰ ਅਕਾਲ ਪੁਰਖ ਦੇ ਨਾਮ ਦੇ ਨਾਲ ਹੀ ਆਪਣੀ ਸੁਰਤ ਜੋੜਨ ਲਈ ਪ੍ਰੇਰਿਤ ਕਰਦੀ ਹੈ।
ਤੋ ਇਸ ਫ਼ਰਕ ਨੂੰ ਆਪਾਂ ਸਮਝੀਏ ਕਿ ਇਹ ਫ਼ਰਕ ਹੈ ਜਾਂ ਨਹੀਂ ਹੈ, ਇਹ ਸਿਮਰਨ ਕਿਹਾ ਹੈ ਜਾਂ ਸਿੱਖਿਆ ਕਿਹਾ ਹੈ, ਮੇਰੀ ਨਜ਼ਰ ਵਿੱਚ ਤਾਂ ਇਹ ਕੋਈ ਫ਼ਰਕ ਨਹੀਂ ਹੈ। ਪਰ ਉਹਨਾਂ ਨੇ ਜਿਹੜੀ ਗੱਲ ਸਾਨੂੰ ਸਮਝਾਈ ਹੈ, ਉਹ ਕੱਲ੍ਹ ਵੀ ਇਸ ਗੱਲ ਦਾ ਜ਼ਿਕਰ ਹੋਇਆ ਸੀ, ਜਦੋਂ ਅਰਥ ਕੀਤੇ ਸਨ ਇਸ ਪਹਿਲੀ ਪੰਕਤੀ ਦੇ ਸਿੱਧ ਪੀਰ ਸੁਰਨਾਥ ਦੇ, ਤਾਂ ਮੈਂ ਇਸ ਚੀਜ਼ ਨੂੰ ਉਦੋਂ ਵੀ ਥੋੜ੍ਹਾ ਜਿਹਾ ਦੱਸਣ ਦੀ ਕੋਸ਼ਿਸ਼ ਕੀਤੀ ਸੀ। ਬਾਅਦ ਦੇ ਵਿੱਚ ਸਤਿਕਾਰਯੋਗ ਹਰਜੀਤ ਸਿੰਘ ਜੀ ਨੇ ਵੀ ਇਸ ਗੱਲ ਦਾ ਥੋੜ੍ਹਾ ਜ਼ਿਕਰ ਕੀਤਾ ਸੀ ਕਿ ਉਹ ਇਸ ਪਹਿਲੀ ਪੰਕਤੀ ਦੇ ਵੀ ਅਰਥ ਉਹ ਥੋੜ੍ਹੇ ਜਿਹੇ ਫ਼ਰਕ ਕਰਦੇ ਹਨ ਕਿ ਸਿੱਧ ਪੀਰ ਸੁਰਨਾਥ, ਇਹਨਾਂ ਦੀ ਜੋ ਅਸਲੀਅਤ ਹੈ ਇੱਕ ਨਾਮ ਸਿਮਰਨ ਵਿੱਚ ਲੱਗੇ ਜਾਂ ਗੁਰੂ ਦੀ ਸਿੱਖਿਆ ਤੇ ਚੱਲਣ ਵਾਲੇ ਵਿਅਕਤੀ ਨੂੰ ਸਹਿਜੇ ਹੀ ਸਮਝ ਆ ਜਾਂਦੀ ਹੈ। ਤੋ ਜੇ ਇਹਨਾਂ ਅਰਥਾਂ ਨੂੰ ਲੈ ਕੇ ਚੱਲੀਏ, ਬਜਾਏ ਇਸ ਦੇ ਕਿ ਜੋ ਅਸੀਂ ਕੱਲ ਕੀਤੇ ਸਨ ਕਿ ਨਾਮ ਸਿਮਰਨ ਨਾਲ ਸਾਡੀ ਆਤਮਿਕ ਅਵਸਥਾ ਸਿੱਧਾ ਪੀਰਾਂ, ਦੇਵਤਿਆਂ ਤੇ ਨਾਥਾਂ ਵਾਲੀ ਬਣ ਜਾਂਦੀ ਹੈ, ਉਹ ਨਹੀਂ, ਅਸੀਂ ਇਸ ਨੂੰ ਇਉਂ ਸਮਝੀਏ ਕਿ ਇਹਦੇ ਨਾਲ ਸਾਨੂੰ ਇਹਦੀ ਸਮਝ ਵੀ ਆ ਜਾਂਦੀ ਹੈ। ਉਹ ਕਹਿੰਦੇ ਹਨ ਕਿ ਪਹਿਲੀ ਪੌੜੀ ਦੇ ਵਿੱਚ, ਜਾਂ ਰਾਦਰ ਪਹਿਲੀਆਂ ਦੋਨੋਂ ਪੌੜੀਆਂ ਦੇ ਵਿੱਚ, ਉਹ ਕਹਿੰਦੇ ਸਨ ਕਿ ਸਾਡੇ ਸਾਹਮਣੇ ਸਤਿਗੁਰੂ ਜੀ ਨੇ ਉਹ ਰੁਕਾਵਟਾਂ ਦਾ ਜ਼ਿਕਰ ਕੀਤਾ ਹੈ ਜਿਹੜੀਆਂ ਸਾਡੀਆਂ ਆਤਮਿਕ ਅਵਸਥਾ ਦੀਆਂ ਰੁਕਾਵਟਾਂ ਬਣਨ ਦਾ ਸਕੋਪ ਰੱਖਦੀਆਂ। ਕਿਉਂਕਿ ਅਗਰ ਅਸੀਂ ਦੇਖੀਏ ਤਾਂ ਸਿੱਧ ਪੀਰ ਸੁਰਨਾਥ, ਧਰਤ ਧਵਲ ਆਕਾਸ਼, ਦੀਪ ਲੋ ਪਾਤਾਲ ਤੇ ਕਾਲ ਦੀ ਗੱਲ ਹੋ ਗਈ, ਉਹ ਨਾ ਸਕੈ ਕਾਲ। ਉਹ ਕਹਿੰਦੇ ਹਨ ਇਹ ਸਾਰੀਆਂ ਚੀਜ਼ਾਂ ਹੀ ਸਾਡੇ ਉਹ ਸੋਰਸਿਸ ਹਨ ਜਿਹੜੇ ਸਾਨੂੰ ਭਰਮ ਭੁਲੇਖਿਆਂ ਦੇ ਵਿੱਚ, ਵਹਿਮਾਂ ਦੇ ਵਿੱਚ ਔਰ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਜੋੜਨ ਦੇ ਵਿੱਚ ਉਹ ਜੋੜਦੇ ਹਨ। ਤੋ ਜਦੋਂ ਸਾਨੂੰ ਇਹਨਾਂ ਦੀ ਅਸਲੀਅਤ ਦਾ ਪਤਾ ਲੱਗ ਜਾਂਦਾ ਹੈ ਕਿ ਇਹ ਤਾਂ ਅਕਾਲ ਪੁਰਖ ਦੀ ਖੇਡ ਹੈ, ਤੇ ਜਦੋਂ ਨਾਮ ਸਿਮਰਨ ਦੇ ਵਿੱਚ ਜੁੜਨ ਦੇ ਨਾਲ ਸਾਨੂੰ ਇਹਨਾਂ ਸਾਰਿਆਂ ਦੀ ਅਸਲੀਅਤ ਦੀ ਸਮਝ ਲੱਗ ਗਈ ਕਿ ਸਿੱਧ ਪੀਰ ਸੁਰਨਾਥ ਉਹਨਾਂ ਦੇ ਲਫ਼ਜ਼ਾਂ ਵਿੱਚ ਕਿੰਨੇ ਕੁ ਪਾਣੀ ਵਿੱਚ ਹਨ, ਉਹਨਾਂ ਦੀ ਕੀ ਮਹੱਤਤਾ ਹੈ। ਜਦ ਅਸੀਂ ਉਹਨਾਂ ਨੂੰ ਉਹਦੀ ਇੰਪੋਰਟੈਂਸ ਦੇ ਮੁਤਾਬਕ, ਅਸੀਂ ਉਹਨਾਂ ਨੂੰ ਉਹ ਜਗ੍ਹਾ ਦੇ ਮੁਤਾਬਕ ਰੱਖ ਕੇ ਤੁਰਾਂਗੇ ਤੇ ਸਾਡੇ ਲਈ ਇਹਨਾਂ ਦੀਆਂ ਪਾਈਆਂ ਹੋਈਆਂ ਰੁਕਾਵਟਾਂ ਜਿਹੜੀਆਂ ਨੇ, ਵਹਿਮ ਭਰਮ ਨੇ, ਉਹ ਕੋਈ ਅਰਥ ਨਹੀਂ ਰੱਖਣਗੇ। ਇਸੇ ਤਰ੍ਹਾਂ ਹੀ ਕੁਦਰਤੀ ਜਿਹੜਾ ਸਟਰਕਚਰ ਹੈ, ਅਕਾਲ ਪੁਰਖ ਦੀ ਬਣਾਈ ਸ੍ਰਿਸ਼ਟੀ ਹੈ, ਧਰਤੀ ਹੈ, ਪਤਾਲ ਹੈ, ਆਕਾਸ਼ ਹੈ, ਤੋ ਇਹਨਾਂ ਸਾਰੀਆਂ ਦੀ, ਜਾਂ ਜਿਹੜੇ ਭੁਲੇਖੇ ਇੱਕ ਬਲਦ ਦੇ ਰੂਪ ਦੇ ਵਿੱਚ ਸਾਨੂੰ ਦੱਸੇ ਜਾਂਦੇ ਹਨ, ਜਾਂ ਸਾਡੇ ਮਨ ਦੇ ਵਿੱਚ ਮੌਤ ਦਾ ਡਰ ਪੈਦਾ ਹੋ ਜਾਂਦਾ ਹੈ, ਨਾਮ ਸਿਮਰਨ ਕਰਨ ਵਾਲੇ ਵਿਅਕਤੀ ਦੀਆਂ ਉਹ ਸਾਰੇ ਜਿਹੜੇ ਰੁਕਾਵਟਾਂ ਨੇ ਉਹ ਦੂਰ ਹੋ ਜਾਂਦੀਆਂ ਹਨ। ਇਸੇ ਤਰ੍ਹਾਂ ਹੀ ਅਗਲੀ ਪੌੜੀ ਵਿੱਚ ਉਹ ਕਹਿੰਦੇ ਹਨ ਕਿ ਜਿਹੜੇ ਦੇਵੀ ਦੇਵਤੇ ਹਨ ਉਹਨਾਂ ਦੀ ਗੱਲ ਕੀਤੀ ਗਈ ਹੈ ਕਿ ਉਹਨਾਂ ਦੀਆਂ ਕਰਾਮਾਤੀ ਸ਼ਕਤੀਆਂ ਦੀ, ਜਿਵੇਂ ਅੱਗੇ ਸਿੱਧ ਪੀਰ ਸੁਰਨਾਥ ਕਰਾਮਾਤੀ ਸ਼ਕਤੀਆਂ ਦੇ ਨਾਲ ਸਾਨੂੰ ਭੁਲੇਖਿਆਂ ਦੇ ਵਿੱਚ ਪਾ ਦਿੰਦੇ ਹਨ, ਉਲਝਣਾਂ ਦੇ ਵਿੱਚ ਪਾ ਦਿੰਦੇ ਹਨ, ਇਸੇ ਤਰ੍ਹਾਂ ਦੇਵੀ ਦੇਵਤੇ ਵੀ ਹਨ। ਇਸੇ ਤਰ੍ਹਾਂ ਹੀ ਸਤਿਗੁਰੂ ਕਹਿੰਦੇ ਹਨ ਕਿ ਜਿਵੇਂ ਇੱਥੇ ਕਹਿ ਰਹੇ ਹਨ, ਮੁਖ ਸਲਾਹਣ ਮੰਦ, ਕਿ ਗਿਆਨਹੀਨ ਵਿਅਕਤੀ ਜਾਂ ਜਿਹੜੇ ਮਾੜੀ ਮੱਤ ਵਾਲੇ ਵਿਅਕਤੀ ਨੇ, ਉਹਨਾਂ ਦੇ ਵਿੱਚ ਵੀ ਇੰਨੀ ਇੰਪਰੂਵਮੈਂਟ ਹੋ ਜਾਂਦੀ ਹੈ ਕਿ ਉਹ ਅਕਾਲ ਪੁਰਖ ਦੀ ਨਾਮ ਨਾਲ ਜੁੜ ਕੇ ਉਹਨਾਂ ਦੇ ਮੂੰਹੋਂ ਵੀ ਉਸਤਤ ਨਿਕਲਣੀ ਸ਼ੁਰੂ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਜੋਗ ਜੁਗਤ ਤਨ ਭੇਦ, ਸੁਨਿਆ ਸ਼ਾਸਤ ਸਿਮਰਤ ਵੇਦ। ਸ਼ਾਸਤਰ ਹਨ 6 ਮੰਨੇ ਗਏ ਹਨ, ਜਿਨ੍ਹਾਂ ਦੇ ਵਿੱਚ ਵੱਖੋ ਵੱਖ 6 ਮਤਾਂ ਮਤਾਂਦਰਾਂ ਦੀ ਗੱਲ ਕੀਤੀ ਗਈ ਹੈ। ਸਾਂਖ, ਯੋਗ, ਨਿਆਏ ਤੇ ਵਿਸ਼ੇਸ਼ਿਕ ਤੇ ਵੇਦਾਂਤ ਦੇ 2 ਜਿਹੜੇ ਸ਼ਾਸਤਰ ਹਨ, 2 ਪੱਖ ਹਨ, ਉਹਨਾਂ ਦੀ ਗੱਲ ਹੈ। ਸਿਮਰਤੀਆਂ ਦੇ ਵਿੱਚ ਵੀ ਇਹੀ ਕੁਝ ਹੈ, ਜਿਹੜੀਆਂ ਕਿ ਯਾਦ ਕੀਤੇ ਹੋਏ ਮੰਤਰਾਂ ਨੂੰ ਬਾਅਦ ਵਿੱਚ ਸੰਕਲਿਤ ਕਰਕੇ ਲਿਖੀਆਂ ਗਈਆਂ, ਜਿਵੇਂ ਕਿ ਆਮ ਮਸ਼ਹੂਰ ਹੈ ਮਨੁ ਸਮ੍ਰਿਤੀ, ਅਤੇ ਹੋਰ ਵੀ ਅਨੇਕਾਂ ਸਮ੍ਰਿਤੀਆਂ ਹਨ, ਤੇ ਵੇਦ ਜਿਹੜੇ ਮੂਲ ਗ੍ਰੰਥ ਹਨ। ਇਹ ਸਾਰੇ ਸਾਨੂੰ ਸਾਡੇ ਮਨ ਵਿੱਚ ਤਰ੍ਹਾਂ ਤਰ੍ਹਾਂ ਦੇ ਵਹਿਮ ਭਰਮ ਪੈਦਾ ਕਰਕੇ, ਤੋ ਇਹ ਦੋਨੋਂ ਪੌੜੀਆਂ ਦੇ ਵਿੱਚ ਉਹ ਕਹਿੰਦੇ ਹਨ ਕਿ ਇਹ ਸਾਰੀਆਂ ਉਹਨਾਂ ਚੀਜ਼ਾਂ ਦਾ ਜ਼ਿਕਰ ਹੈ ਕਿ ਜਿਹੜੀਆਂ ਸਾਡੀਆਂ ਆਤਮਿਕ ਤਰੱਕੀ ਕਰਨ ਦੇ ਵਿੱਚ ਡਰ, ਭੁਲੇਖੇ, ਭਰਮ ਜਾਂ ਕਰਮ ਆਦਿ ਦੀਆਂ ਰੁਕਾਵਟਾਂ ਖੜੀਆਂ ਕਰਦੇ ਹਨ। ਉਹ ਕਹਿੰਦੇ ਹਨ ਕਿ ਇਹ ਜਦੋਂ ਨਾਮ ਦੇ ਰਸਤੇ ਉੱਤੇ ਜਗਿਆਸੂ ਤੁਰਦਾ ਹੈ, ਗੁਰੂ ਦੀ ਸਿੱਖਿਆ ਦੇ ਉੱਤੇ ਚੱਲ ਕੇ, ਤਾਂ ਇਹ ਸਹਿਜੇ ਹੀ ਉਹ ਦੂਰ ਹੋ ਜਾਂਦੀਆਂ ਹਨ। ਤੇ ਉਸ ਤੋਂ ਬਾਅਦ ਕਹਿੰਦੇ ਹਨ ਜਦੋਂ ਸਾਡੀਆਂ ਰੁਕਾਵਟਾਂ ਦੂਰ ਹੋ ਜਾਂਦੀਆਂ ਹਨ, ਤਾਂ ਅੱਗੇ ਸਤਿਗੁਰੂ ਸਾਡੇ ਵਿਕਾਸ ਦੀ ਸਾਡੀ ਡਿਵੈਲਪਮੈਂਟ ਦੀ ਗੱਲ ਕਰਦੇ ਹਨ। ਅਗਲੀ ਪੌੜੀ ਦੇ ਵਿੱਚ ਸਤਿਗੁਰੂ ਕਹਿੰਦੇ ਹਨ ਕਿ ਹੁਣ ਸਾਡੇ ਅੰਦਰ ਜਿਹੜੇ ਸ਼ਖਸੀ ਗੁਣ ਜਿਹੜੇ ਨੇ ਉਹ ਪ੍ਰਵੇਸ਼ ਕਰਦੇ ਹਨ। ਤੀਜੀ ਜੋ ਪੌੜੀ ਹੈ ਸਤ ਸੰਤੋਖ ਗਿਆਨ ਵਾਲੀ, ਉਹਦੇ ਵਿੱਚ ਉਹਨਾਂ ਦੀ ਐਕਸਪਲੇਨੇਸ਼ਨ ਇਹ ਹੈ ਕਿ ਇਹਦੇ ਸਾਡੇ ਸ਼ਖਸੀ ਗੁਣਾਂ ਦੀ ਉਸਾਰੀ ਦੀ ਗੱਲ ਕੀਤੀ ਹੈ ਸਤਿਗੁਰਾਂ ਨੇ, ਕਿ ਜਦੋਂ ਨਾਮ ਸਿਮਰਨ ਵਿੱਚ ਜੁੜੇ ਵਿਅਕਤੀ ਦੀ ਰੁਕਾਵਟਾਂ ਦੂਰ ਹੋ ਜਾਂਦੀਆਂ ਹਨ ਤੇ ਉਹਦੀ ਪਰਸਨੈਲਿਟੀ ਦੀ ਡਿਵੈਲਪਮੈਂਟ ਇਸ ਢੰਗ ਨਾਲ ਹੁੰਦੀ ਹੈ
ਕਿ ਅੱਗੋਂ ਦਾ ਰਾਹ ਉਹਦੇ ਲਈ ਸੌਖਾ ਹੋ ਜਾਂਦਾ ਹੈ। ਉਹਨੂੰ ਸਹਿਜੇ ਹੀ ਆਰਾਮ ਦੇ ਨਾਲ ਉਸ ਰਸਤੇ ਤੇ ਚੱਲਣ ਦੀ ਜਾਚ ਆ ਜਾਂਦੀ ਹੈ ਕਿ ਉਸ ਦੇ ਵਿੱਚ ਉਹ ਗੁਣ ਪ੍ਰਵੇਸ਼ ਕਰ ਜਾਂਦੇ ਹਨ ਅਗਲੀ ਅਵਸਥਾ ਵਿੱਚ, ਕਿ ਹੁਣ ਉਹਨੂੰ ਉਹਨਾਂ ਰਸਤਿਆਂ ਤੇ ਤੁਰਨ ਦੀ ਕੋਈ ਰੁਕਾਵਟ ਨਹੀਂ ਪੈਂਦੀ। ਔਰ ਇਹ ਤਿੰਨ ਗੁਣ ਸਤਿਗੁਰਾਂ ਨੇ ਇੱਥੇ ਦੱਸੇ ਹਨ, ਸਤ, ਸੰਤੋਖ ਤੇ ਗਿਆਨ, ਜਿਹਦੇ ਨਾਲ ਜੀਵਨ ਦੇ ਵਿੱਚ ਪਵਿੱਤਰਤਾ ਵੀ ਪ੍ਰਵੇਸ਼ ਕਰ ਜਾਂਦੀ ਹੈ, ਜਿਹਦੇ ਕਰਕੇ ਇਨਸਾਨ ਨੂੰ ਉਹ ਮਾਣ ਸਤਿਕਾਰ ਵੀ ਮਿਲ ਜਾਂਦਾ ਹੈ ਜਿਹੜਾ ਵੱਡੇ ਵਿਦਵਾਨਾਂ ਨੂੰ ਮਿਲਦਾ ਹੈ, ਤੇ ਮਨੁੱਖ ਦੇ ਜੀਵਨ ਦੇ ਵਿੱਚ ਸਹਿਜ ਦਾ ਪ੍ਰਵੇਸ਼ ਹੁੰਦਾ ਹੈ। ਉਹਦੀਆਂ ਬਿਰਤੀਆਂ ਹਮੇਸ਼ਾ ਅਕਾਲ ਪੁਰਖ ਦੇ ਨਾਮ ਨਾਲ ਜੁੜ ਕੇ ਸਹਿਜ ਅਵਸਥਾ ਦੇ ਵਿੱਚ ਰਹਿੰਦੀਆਂ। ਤੇ ਉਹ ਕਹਿੰਦੇ ਹਨ ਕਿ ਚੌਥੀ ਜੋ ਪੌੜੀ ਹੈ ਉਹਦੇ ਵਿੱਚ ਸਤਿਗੁਰੂ ਹੁਣ ਸਾਨੂੰ ਇਸ ਤੋਂ ਅਗਲੀ ਸਟੇਜ ਦੀ ਜਿਹੜੇ ਗੁਣ ਹਨ ਉਹਨਾਂ ਦੀ ਗੱਲ ਸਮਝਾ ਰਹੇ ਹਨ। ਕਿ ਹੁਣ ਉਹ ਕਹਿੰਦੇ ਹਨ ਕਿ ਇੱਥੇ ਜੋ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਜਿਹੜੇ ਸਮਾਜਿਕ ਜੀਵਨ ਦੇ ਵਿੱਚ, ਜਾਂ ਇਉਂ ਕਹੀਏ ਕਿ ਵਿਹਾਰਕ ਜੀਵਨ, ਰਾਜਸੀ ਜੀਵਨ, ਧਾਰਮਿਕ ਜੀਵਨ, ਸਾਰੇ ਪੱਖਾਂ ਦੇ ਵਿੱਚ ਜਿਹੜੇ ਗੁਣ ਹਨ ਉਹ ਫਿਰ ਭਗਤ ਦੀ ਸਥਿਤੀ ਇਹੋ ਜਿਹੀ ਹੋ ਜਾਂਦੀ ਹੈ ਕਿ ਉਹ ਜਦੋਂ ਮਰਜ਼ੀ ਗੁਣਾਂ ਦੇ ਸਮੁੰਦਰ ਦੇ ਵਿੱਚ ਚੁੱਭੀ ਮਾਰ ਕੇ ਉਹ ਪ੍ਰਾਪਤ ਕਰ ਲੈਂਦਾ ਹੈ। ਤਾਂ ਉਹਦੇ ਪਾਸ ਗੁਣਾਂ ਦੀ ਕੋਈ ਕਮੀ ਨਹੀਂ ਰਹਿ ਜਾਂਦੀ। ਉਹ ਜਿਸ ਵੇਲੇ ਜਦੋਂ ਵੀ ਉਹ ਅਕਾਲ ਪੁਰਖ ਦੇ ਨਾਮ ਦੇ ਸਿਮਰਨ ਦੇ ਵਿੱਚ ਜੁੜਦਾ ਹੈ, ਆਪਣੀਆਂ ਬਿਰਤੀਆਂ ਨੂੰ ਇਕਾਗਰ ਕਰਦਾ ਹੈ ਉਹਦੇ ਚਰਨਾਂ ਦੇ ਵਿੱਚ, ਤਾਂ ਗੁਣਾਂ ਦਾ ਪ੍ਰਵੇਸ਼ ਆਪਣੇ ਆਪ ਹੀ ਸਹਿਜੇ ਉਸ ਅਵਸਥਾ ਦੇ ਵਿੱਚ ਹੁੰਦਾ ਹੈ। ਤੇ ਉਹ ਇਹੀ ਨਹੀਂ ਕਿ ਉਹ ਆਪਣੀ ਆਤਮਿਕ ਤਰੱਕੀ, ਸਦਾ ਵਿਕਾਸ ਦੀ ਅਵਸਥਾ ਤੱਕ ਆਪ ਪਹੁੰਚਦਾ ਹੈ, ਆਪਣੇ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰ ਲੈਂਦਾ ਹੈ, ਸਗੋਂ ਉਹ ਦੁੱਖਾਂ ਕਲੇਸ਼ਾਂ ਦਾ ਨਾਸ਼ ਦੂਸਰਿਆਂ ਨੂੰ ਵੀ ਕਰਨ ਦੇ ਵਿੱਚ ਮਦਦ ਕਰ ਸਕਦਾ ਹੈ। ਉਹਨੂੰ ਗਾਈਡ ਦੀ ਜੋ ਸਾਡੀ ਸਥਿਤੀ ਹੈ ਉਹਦੇ ਵਿੱਚੋਂ ਪ੍ਰਵੇਸ਼ ਕਰ ਜਾਂਦਾ ਹੈ ਜਿਹੜਾ ਵਿਅਕਤੀ ਅਕਾਲ ਪੁਰਖ ਦੇ ਨਾਮ ਦੇ ਸਿਮਰਨ ਦੇ ਨਾਲ ਆਪਣੀ ਸੁਰਤ ਨੂੰ ਜੋੜ ਲੈਂਦਾ ਹੈ। ਤੋ ਅਗਰ ਅਸੀਂ ਇਸ ਨਜ਼ਰ ਨਾਲ ਦੇਖੀਏ ਤਾਂ ਸਤਿਗੁਰਾਂ ਨੇ ਦਰਅਸਲ ਤਾਂ ਅਕਾਲ ਪੁਰਖ ਦੇ ਨਾਮ ਦੇ ਸਿਮਰਨ ਦੇ ਵਿੱਚ, ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਆਪਣੀ ਬਿਰਤੀ ਜੋ ਹੈ ਉਹਨੂੰ ਟਿਕਾ ਕੇ ਰੱਖਣ ਦੇ ਜੋ ਫਾਇਦੇ ਹਨ ਉਹ ਇਹਨਾਂ ਚਾਰ ਪੌੜੀਆਂ ਦੇ ਵਿੱਚ ਦੱਸੇ ਹਨ। ਮਨੋਰਥ ਇੱਕੋ ਹੀ ਹੈ ਕਿ ਉਹ ਸਾਨੂੰ ਇਸ ਰਸਤੇ ਦੇ ਉੱਤੇ ਮੋਟੀਵੇਟ ਕਰਕੇ ਤੋਰ ਸਕਣ ਕਿ ਭਾਈ ਇਸ ਕੰਮ ਨੂੰ ਕਰ, ਇਹਦੇ ਇਹ ਫਾਇਦੇ ਹਨ। ਔਰ ਇਹ ਫਾਇਦੇ ਬੇਅੰਤ ਹਨ। ਜਿਵੇਂ ਇੱਕ ਅਸੀਂ ਸਕੂਲ ਕਾਲਜ ਦੇ ਵਿੱਚ ਦੇਖਦੇ ਹਾਂ, ਇੱਕ ਚੰਗਾ ਟੀਚਰ ਇੱਕੋ ਹੀ ਥਿਓਰਮ ਨੂੰ, ਇੱਕੋ ਹੀ ਪ੍ਰੋਬਲਮ ਨੂੰ ਅਨੇਕਾਂ ਵਾਰੀ ਬਾਰ-ਬਾਰ, ਕਦੀ ਖੱਬਿਓਂ, ਕਦੀ ਸੱਜਿਓਂ, ਕਦੀ ਉੱਪਰੋਂ, ਕਦੀ ਥੱਲੋਂ ਸਮਝਾਉਂਦਾ ਹੁੰਦਾ ਹੈ। ਅਸਲ ਵਿੱਚ ਉਹਦੀ ਮਨੋਰਥ ਤਾਂ ਇੱਕੋ ਹੀ ਹੁੰਦਾ ਹੈ ਕਿ ਗੱਲ ਜਿਹੜੀ ਹੈ ਮੇਰੇ ਵਿਦਿਆਰਥੀ ਦੇ, ਮੇਰੇ ਸ਼ਾਗਿਰਦ ਦੇ ਦਿਮਾਗ ਵਿੱਚ ਚੰਗੀ ਤਰ੍ਹਾਂ ਬੈਠ ਜਾਵੇ ਤਾਂ ਕਿ ਉਹ ਇਹਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲਵੇ। ਉਸੇ ਤਰ੍ਹਾਂ ਹੀ ਸਤਿਗੁਰੂ ਸਾਨੂੰ ਕਦੀ ਕਿਸੇ ਢੰਗ ਨਾਲ ਇਹ ਗੱਲ ਸਮਝਾ ਰਹੇ ਹਨ ਕਿ ਹੇ ਮੇਰੇ ਸਿੱਖ, ਤੂੰ ਇਸ ਗੱਲ ਨੂੰ ਆਪਣੀ ਸੁਰਤੀ ਬਿਰਤੀ ਦੇ ਵਿੱਚ ਵਸਾ ਲੈ ਕਿ ਉਸ ਅਕਾਲ ਪੁਰਖ ਦੇ ਨਾਮ ਦੇ ਨਾਲ, ਉਹਦੇ ਸਿਮਰਨ ਦੇ ਨਾਲ, ਉਹਦੀ ਯਾਦ ਦੇ ਨਾਲ ਆਪਣੀ ਸੁਰਤੀ ਨੂੰ ਚੰਗੀ ਤਰ੍ਹਾਂ ਜੋੜ ਲੈ। ਫਿਰ ਤੇਰੇ ਕੋਲ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਰਹਿਣੀ। ਤੇਰੀ ਪੂਰਾ ਜੀਵਨ ਜਿਹੜਾ ਹੈ ਉਹ ਵਿਕਾਸ ਖੇੜੇ ਦੀ ਅਵਸਥਾ ਵਿੱਚ ਪਹੁੰਚ ਜਾਏਗਾ ਔਰ ਤੇਰੇ ਰਸਤੇ ਦਾ ਕੋਈ ਦੁੱਖ, ਪਾਪ, ਕੋਈ ਕਲੇਸ਼ ਤੇਰੇ ਰਸਤੇ ਦੀ ਰੁਕਾਵਟ ਨਹੀਂ ਬਣ ਸਕੇਗਾ। ਇੰਨੇ ਹੀ ਵਿਚਾਰ ਪ੍ਰਵਾਨ ਕਰਨਾ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਵੀਰ ਪ੍ਰਭ ਕੀਰਤਨ ਸਿੰਘ ਜੀ। ਗੁਰੂ ਸਾਹਿਬ ਜੀ ਨੇ ਕਮਾਲ ਦੀ ਸਿੱਖਿਆ ਸਾਨੂੰ ਇਹਨਾਂ ਪੌੜੀਆਂ ਨੇ ਦਿੱਤੀ ਹੈ। ਦੇਖੋ, ਫਿਰ ਮੈਂ ਹਰ ਰੋਜ਼ ਬੇਨਤੀ ਕਰਦਾ ਵੀ ਗੱਲ ਸਾਰੀ ਹੁਕਮ ਦੀ ਹੈ। ਇਹ ਸੁਣਨਾ, ਮੰਨਣਾ, ਪੰਚ ਮੰਨਣਾ ਸਭ ਇੱਕ ਕਲਾ ਸਾਰੀ ਐਕਚੁਅਲੀ ਹੁਕਮ ਦੀ ਹੈ, ਜਿਹੜੀ ਖੇਡ ਅਸੀਂ ਸਮਝਣੀ ਹੈ। ਹੁਕਮ ਹਮੇਸ਼ਾ ਸੁਣਾਇਆ ਜਾਂਦਾ, ਹੁਕਮ ਸੁਣਾਇਆ ਜਾਂਦਾ। ਅਸੀਂ ਜਦੋਂ ਗੁਰੂ ਸਾਹਿਬ ਦਾ ਹੁਕਮ ਲੈਂਦੇ ਹਾਂ, ਅਸੀਂ ਕਹਿੰਦੇ ਜੀ ਗੁਰੂ ਸਾਹਿਬ ਦਾ ਹੁਕਮ ਹੈ, ਇਹਨੂੰ ਹੁਕਮ ਨੂੰ ਸੁਣਿਆ ਜਾਂਦਾ। ਇਸੇ ਕਰਕੇ ਅਸੀਂ ਕਹਿੰਦੇ ਹਾਂ ਵੀ ਹੁਕਮ ਦੇ ਵਿੱਚ ਨਹੀਂ ਬੋਲਣਾ, ਜਿਹਨੂੰ ਅਸੀਂ ਹੁਕਮਨਾਮਾ ਆਮ ਤੌਰ ਤੇ ਕਹਿ ਦਿੰਦੇ ਹਾਂ, ਲੇਕਿਨ ਇਹ ਹੈ ਹੁਕਮ। ਹੁਕਮਨਾਮਾ ਲਿਖਤੀ ਭੇਜੇ ਜਾਂਦੇ ਆ ਤੇ ਜੋ ਸੁਣਦੇ ਆ ਉਹਨੂੰ ਹੁਕਮ ਕਿਹਾ ਜਾਂਦਾ ਹੈ। ਹੁਕਮ ਸੁਣਨਾ ਜਿਹੜਾ ਹੈ ਇਹ ਗੁਰੂ ਸਾਹਿਬ ਦੂਜੇ ਪਾਸੇ ਕਹਿੰਦੇ ਹੁਕਮ ਨਾ ਕਿਹਾ ਜਾਏ। ਬੜੀ ਸਮਝ ਹੈ ਕਿ ਬੜੀ ਸਪਸ਼ਟ ਗੱਲ ਹੈ ਵੀ ਜੇ ਹੁਕਮ ਦੀ ਸਮਝ ਨਾ ਆਈ ਤਾਂ ਫਿਰ ਗੁਰੂ ਦੀ ਸਿੱਖਿਆ ਹੈ, ਗੁਰੂ ਨੇ ਹੁਕਮ ਸਮਝਾਉਣਾ, ਗੱਲ ਸਮਝਾਉਣੀ ਗੁਰੂ ਨੇ ਹੈ। ਤੇ ਗੁਰੂ ਸਾਨੂੰ ਸਾਰੀ ਗੱਲ ਸਮਝਾ ਰਿਹਾ ਹੈ ਬਾਣੀ ਦੀ ਰਾਹੀਂ, ਇਹ ਮਾਨਕ ਮੋਤੀਆਂ ਦੀ ਰਾਹੀਂ। ਉਹਦਾ ਹੁਕਮ ਜਿਹੜਾ ਅਸਲ ਕੀ ਹੈ, ਉਹ ਹੁਕਮ ਉਹਦਾ ਹੈ ਉਹਦੇ ਗੁਣ ਧਾਰਨ ਕਰਨੇ।
ਹੁਕਮ ਦਾ ਜੇ ਕੇਂਦਰੀ ਭਾਵ ਆਪਾਂ ਲੈ ਲਈਏ ਤਾਂ ਹੁਕਮ ਦਾ ਅਸਲੀ ਕੰਮ ਹੈ ਗੁਣ ਧਾਰਨ ਕਰਨਾ। ਗੁਣ ਉਹਦਾ ਹੁਕਮ ਹੈ। ਗੁਣ ਹੁੰਦੇ ਬੜੇ ਕੀਮਤੀ ਨੇ, ਤੇ ਜੇ ਉਹਨਾਂ ਗੁਣਾਂ ਦੀ ਰਤਨ ਜਵੇਹਰ ਮਾਨਕ ਦੀ ਸਮਝ ਨਾ ਆਈ, ਭਾਵ ਗੁਣਾਂ ਦੀ ਸਮਝ ਨਾ ਆਈ, ਇਹ ਸਮਝ ਲੈਣਾ ਵੀ ਸਾਨੂੰ ਅਜੇ ਉਹਦੇ ਹੁਕਮ ਦੀ ਸਮਝ ਨਹੀਂ ਪਈ। ਪਰ ਸਾਨੂੰ ਇਹ ਸਮਝਣਾ ਚਾਹੀਦਾ ਵੀ ਸਾਨੂੰ ਅਜੇ ਉਹਦੇ ਹੁਕਮ ਦੀ ਸਮਝ ਨਹੀਂ ਪਈ। ਇਹ ਸਾਰਾ ਪਸਾਰਾ, ਸਾਰਾ ਕਾਰ, ਇਹ ਸਭ ਉਸ ਮਾਲਕ ਦੇ ਹੁਕਮ ਦੇ ਵਿੱਚ ਹੈ। ਹੁਣ ਗੁਰੂ ਨੇ ਆਖਿਆ ਵੀ ਫਿਰ ਇਸ ਸਮਝਾਤਾ ਸੁਣਨਾ ਕੀ ਹੈ, ਸੁਣਨ ਨਾਲ ਹੁੰਦਾ ਕੀ ਹੈ। ਗੁਰੂ ਦੀ ਸਿੱਖਿਆ ਨਾਲ ਸਾਰੇ ਗੁਣ ਆਉਂਦੇ ਨੇ। ਹੁਣ ਸਾਰੀਆਂ ਪੌੜੀਆਂ ਆਪਾਂ ਸੁਣ ਲਈਆਂ। ਉਹ ਗੁਣ ਹਨ ਸਤ, ਸੰਤੋਖ, ਗਿਆਨ, ਇਹ ਸਾਰੇ ਗੁਣ ਨੇ, ਰੱਬੀ ਗੁਣ ਨੇ। ਹੁਣ ਜਿਹੜੇ ਕਾਰਜ ਵਿੱਚ ਸਤ, ਸੰਤੋਖ, ਗਿਆਨ ਨਹੀਂ ਹੁੰਦਾ, ਸਮਝਣਾ ਚਾਹੀਦਾ ਵੀ ਉਹ ਕਾਰਜ ਗੁਰੂ ਅਨੁਸਾਰ ਹੀ ਨਹੀਂ ਹੈ। ਹੁਣ ਮੰਨ ਸਾਨੂੰ ਇਹਦਾ ਮਤਲਬ ਇਹ ਹੈ ਗੁਰੂ ਸਾਨੂੰ ਤੇ ਹੁਕਮ ਸੁਣਾ ਰਿਹਾ ਵੀ ਜਿਸ ਕਾਰਜ ਵਿੱਚ ਸਾਡਾ ਇਹ ਸੁਭਾਅ ਨਹੀਂ ਬਣਿਆ, ਜਾਂ ਸਾਡੀ ਬਿਰਤੀ ਨਹੀਂ ਬਣੀ, ਜਾਂ ਸਾਡੀ ਸੋਚ ਨਹੀਂ ਬਣੀ, ਜਾਂ ਸਾਡੇ ਜੀਵਨ ਦਾ ਢੰਗ ਨਹੀਂ ਬਦਲਿਆ, ਤਾਂ ਫਿਰ ਇਹਦਾ ਮਤਲਬ ਗੁਰੂ ਇਸ ਕਾਰਜ ਵਿੱਚ ਸ਼ਾਮਲ ਨਹੀਂ ਹੈ। ਜੇ ਗੁਰੂ ਇਸ ਕਾਰਜ ਵਿੱਚ ਸ਼ਾਮਲ ਨਹੀਂ ਹੈ, ਸਾਨੂੰ ਉਹਦੇ ਹੁਕਮ ਦੀ ਸਮਝ ਨਹੀਂ ਆ ਰਹੀ। ਗੁਰੂ ਸਾਹਿਬ ਜੀ ਨੇ ਇੱਕ ਆਸਾ ਰਾਗ 'ਚ ਵੀ ਬਚਨ ਕਿਹਾ ਵੀ ਜਿਤ ਕਾਰਜ ਸਤ, ਸੰਤੋਖ, ਦਇਆ, ਧਰਮ ਹੈ, ਗੁਰਮੁਖ ਬੂਝੇ ਕੋਈ, ਆਪਣਾ ਕਾਰਜ ਆਪ ਸਵਾਰੇ, ਹੋਰਨ ਕਾਰਜ ਨਾ ਹੋਈ। ਇਹ ਬਚਨ ਗੁਰੂ ਪਾਤਸ਼ਾਹ ਜੀ ਦੇ ਆਸਾ ਰਾਗ ਦੇ ਵਿੱਚ ਹਨ ਕਿ ਆਪਣਾ ਕਾਰਜ ਆਪ ਸਵਾਰੇ, ਹੋਰਨ ਕਾਰਜ ਨਾ ਹੋਈ, ਜਿਤ ਕਾਰਜ ਸਤ, ਸੰਤੋਖ, ਦਇਆ, ਧਰਮ ਹੈ, ਗੁਰਮੁਖ ਬੂਝੇ ਕੋਈ। ਉਹ ਕੌਣ ਬੁੱਝਦਾ? ਗੁਰੂ ਦੀ ਸ਼ਰਨ ਪੈ ਕੇ, ਗੁਰੂ ਕੋਲੋਂ ਸਿੱਖਿਆ ਲੈ ਕੇ, ਸੁਣਨ ਨਾਲ, ਗੁਰੂ ਦੀ ਗੱਲ ਨੂੰ ਸਮਝਣ ਦੇ ਨਾਲ। ਤਾਂ ਪ੍ਰਭੂ ਜੀਵ ਰੂਪੀ ਇਸਤਰੀ ਨੂੰ ਆਪਣੇ ਨਾਲ ਮਿਲਾਉਣ ਦਾ ਕੰਮ ਆਪਣਾ ਸਮਝਦਾ, ਆਪ ਇਸ ਕਾਰਜ ਨੂੰ ਸਿਰੇ ਚਾੜਦਾ, ਪਰ ਇਹ ਕਿਸੇ ਹੋਰ ਪਾਸੋਂ ਇਹ ਕਾਰਜ ਸਿਰੇ ਨਹੀਂ ਚੜ ਸਕਦਾ, ਕਿਸੇ ਹੋਰ ਢੰਗ ਨਾਲ ਵੀ ਸਿਰੇ ਨਹੀਂ ਚੜ ਸਕਦਾ। ਜੇ ਇਹ ਕਾਰਜ ਸੱਚਮੁੱਚ ਹੀ ਆਪਾਂ ਸਿਰੇ ਚਾੜਨਾ ਤਾਂ ਫਿਰ ਸਤ, ਸੰਤੋਖ, ਗਿਆਨ, ਇਹ ਗੁਣ ਹੋਣੇ ਜ਼ਰੂਰੀ ਨੇ। ਕਿਉਂਕਿ ਗੁਰੂ ਸਾਹਿਬ ਕਹਿੰਦੇ ਨੇ, ਗੁਰੂ ਸਾਹਿਬ ਜੀ ਦੀ ਬਾਣੀ ਦੇ ਵਿੱਚ ਭਗਤ ਕਬੀਰ ਜੀ ਦਾ ਵੀ ਸ਼ਲੋਕ ਆਉਂਦਾ ਹੈ, ਕਬੀਰ ਜਹਾਂ ਗਿਆਨ ਤਹ ਧਰਮ ਹੈ। ਵੀ ਜਿੱਥੇ ਜਹਾਂ ਝੂਠ ਤਾਂ ਪਾਪ, ਜਿੱਥੇ ਗਿਆਨ ਹੈ ਭਾਵ ਸੋਝੀ ਹੈ, ਸਮਝ ਆ ਗਈ, ਜਿੱਥੇ ਨਹੀਂ ਸਮਝ ਆਈ ਉੱਥੇ ਝੂਠ ਹੈ। ਤੇ ਜਹਾਂ ਲੋਭ ਤਹ ਕਾਲ ਹੈ, ਜਹਾਂ ਖਿਮਾ ਤਹ ਆਪ, ਵੀ ਜਿੱਥੇ ਇਹ ਗੁਣ ਨੇ ਉੱਥੇ ਉਹ ਆਪ ਵਸਦਾ। ਦੂਜੇ ਪਾਸੇ ਅਸੀਂ ਸ਼ਲੋਕ 12 ਦੇ ਵਧੇਕ ਜਦੋਂ ਪੜ੍ਹਦੇ ਹਾਂ, ਉਸ ਵੀ ਇਹ ਕਹਿੰਦਾ ਗਿਆਨਹੀਨ ਅਗਿਆਨ ਪੂਜਾ, ਅੰਧ ਵਰਤਾਵਾ ਭਾਵ ਦੂਜਾ, ਗੁਰ ਬਿਨ ਗਿਆਨ ਧਰਮ ਬਿਨ ਧਿਆਨ, ਸੱਚ ਬਿਨ ਸਾਖੀ ਮੂਲੋਂ ਨਾ ਬਾਕੀ। ਇਹ ਸਾਰੀਆਂ ਗੱਲਾਂ ਗੁਰੂ ਪਾਤਸ਼ਾਹ ਨੇ ਸਾਨੂੰ ਗੁਰਬਾਣੀ ਦੇ ਵਿੱਚ ਲਿਖ ਕੇ ਦੱਸੀਆਂ ਹੋਈਆਂ ਨੇ ਤੇ ਸਾਰੀ ਗੱਲ ਸਮਝਾਈ ਹੋਈ ਹੈ। ਹੁਣ ਗੱਲ ਬੜੀ ਸਪਸ਼ਟ ਹੋ ਗਈ ਵੀ ਇਹ ਸਤ, ਸੰਤੋਖ ਜਿਹੜਾ ਹੈ ਤੀਰਥਾਂ ਦੇ ਇਸ਼ਨਾਨ ਨਾਲ ਨਹੀਂ ਹੋਣਾ। ਜਿਹੜਾ 68 ਇਸ਼ਨਾਨ ਦੀ ਗੱਲ ਆ ਗਈ ਨਾ, ਵੀ ਇਹ ਬਾਹਰੀ ਇਸ਼ਨਾਨ ਨਾਲ ਨਹੀਂ ਹੋਣਾ। ਇਹ ਜਿਹੜਾ ਸਤ, ਸੰਤੋਖ ਹੈ ਗੁਰੂ ਦੀ ਸਿੱਖਿਆ ਦਾ ਇਸ਼ਨਾਨ ਹੈ। ਇਹ ਇਸ਼ਨਾਨ ਗੁਰੂ ਦੀ ਸਿੱਖਿਆ ਦਾ ਹੈ। ਜਿਹੜੇ ਸੁਣਨ ਦੀ ਗੱਲ ਜਿਹੜੀ ਇੱਥੇ ਆਈ ਹੈ, ਸੁਣਿਆ ਕੀ ਹੈ? ਜਦੋਂ ਅਸੀਂ ਮਨ ਪ੍ਰਭੂ ਦੇ ਰਹਿਣ ਦਾ ਮੰਦਰ ਬਣ ਜਾਏ। ਸੁਣਿਆ ਕੀ ਹੈ? ਵੀ ਜਦੋਂ ਸਾਡਾ ਮਨ ਪ੍ਰਭੂ ਦੇ ਰਹਿਣ ਦਾ ਅਸਲੀ ਮੰਦਰ ਬਣ ਜਾਏ, ਘਰ ਬਣ ਜਾਏ, ਸਾਡੇ ਗਿਆਨ ਇੰਦਰੇ ਬਾਹਰੀ ਕਰਮ ਕਾਂਡਾਂ ਤੋਂ ਹਟ ਕੇ ਹਿਰਦੇ ਵਿੱਚ ਵਸਦੇ ਪ੍ਰਮਾਤਮਾ ਦੇ ਦਰਸ਼ਨਾਂ ਦੇ ਲਈ ਤੜਫ ਜਾਣ, ਉਹਨਾਂ ਦੇ ਅੰਦਰ ਤੜਫ ਪੈਦਾ ਹੋ ਜਾਏ, ਇੰਦਰੇ ਬਾਹਰਮੁਖੀ ਹੋਣ ਦੀ ਥਾਂ ਤੇ ਅੰਤਰਮੁਖੀ ਹੋ ਜਾਣ, ਹਿਰਦੇ ਤੀਰਥਾਂ ਉੱਤੇ ਸ਼ਬਦ ਦੇ ਝਰਨੇ, ਸਾਡੇ ਹਿਰਦੇ ਰੂਪੀ ਤੀਰਥ ਦੇ ਉੱਤੇ ਗੁਰੂ ਸ਼ਬਦ ਦੇ ਝਰਨੇ ਚੱਲਣ। ਇਹ ਇਸ਼ਨਾਨ ਹੈ ਜਿਹੜਾ 68 ਇਸ਼ਨਾਨ ਹੈ। ਇਹ ਇਸ਼ਨਾਨ ਹੈ ਜਦੋਂ ਅੰਦਰ ਤੀਰਥਾਂ ਦੇ ਸ਼ਬਦ ਰੂਪੀ ਝਰਨੇ ਚੱਲਦੇ ਨੇ। ਪ੍ਰਭੂ ਦੀ ਸਿਲਸਿਲਾ ਦਾ ਸ਼ਬਦ ਜਦੋਂ ਸਾਡੇ ਅੰਦਰ ਟਿਕ ਜਾਂਦਾ, ਇਹ ਸੁਣਨਾ। ਸੁਣਨਾ ਦਾ ਮਤਲਬ ਨਹੀਂ ਇੱਧਰੋਂ ਸੁਣਿਆ ਇੱਧਰੋਂ ਕੱਢਤਾ। ਉਹ ਸ਼ਬਦ ਦਾ ਟਿਕਾ ਉੱਥੇ ਹੋ ਜਾਏ ਤੇ ਭਰੋਸਾ ਹੋਵੇ ਕਿ ਹੁਣ ਮੈਂ ਇਹ ਸ਼ਬਦ ਦੇ ਕਰਕੇ ਜਨਮ ਮਰਨ ਤੋਂ, ਮੌਤ ਦਾ ਕਾਲ ਜਿਹੜਾ, ਉਹ ਭੈ ਵੀ ਮੇਰੇ ਤੋਂ ਦੂਰ ਹੋ ਗਿਆ, ਉਹ ਮੈਨੂੰ ਉਹੀ ਨਹੀਂ। ਤੇ ਜਦੋਂ ਇਹ ਗੱਲ ਕਰਦੇ ਆ ਵੀ ਗੁਰੂ ਪਾਤਸ਼ਾਹ ਜੀ ਜਦੋਂ ਗੱਲ ਕਰਦੇ ਨੇ ਪੜ ਪਾਵੇਂ ਮਨ, ਇੱਕ ਪਾਸੇ ਗੁਰੂ ਸਾਹਿਬ ਕਹਿੰਦੇ ਨੇ ਪੜ ਗੱਡੀ ਲੱਦੀਆਂ, ਦੂਜੇ ਪਾਸੇ ਕਹਿੰਦੇ ਨੇ ਪੜ ਪਾਵੇ ਮਨ। ਇਹਦਾ ਮਤਲਬ ਪੜ੍ਹਨ ਵਿੱਚ ਕੋਈ ਅੰਤਰ ਹੈ, ਪੜ੍ਹਨ ਚ ਕੋਈ ਫਰਕ ਹੈ, ਕੋਈ ਫਰਕ ਨਜ਼ਰ ਆਉਂਦਾ ਹੈ। ਹੁਣ ਪੜ੍ਹਨ ਦੇ ਵਿੱਚ ਕੀ ਹੈ ਵੀ ਇਹ ਪੜ੍ਹਨਾ ਅਮਲ ਵਿੱਚ ਲਿਆਉਣਾ ਹੈ। ਜਿਸ ਪੜ੍ਹਨ ਵਿੱਚ, ਜਿਸ ਪੜ੍ਹਾਈ ਦਾ ਸਿੱਖਿਆ ਸਾਡੇ ਅਮਲ ਵਿੱਚ ਨਹੀਂ ਆਉਂਦੀ, ਇਹਦਾ ਮਤਲਬ ਉਹ ਪੜ੍ਹਨਾ ਜਿਹੜਾ ਗੱਡੀ ਲੱਦੀਆਂ ਵਾਲਾ ਕੰਮ ਹੈ।
ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਪੜ੍ਹਾਈ ਅਸੀਂ ਪਾਠ ਕੀਤੇ, ਸਹਿਜ ਪਾਠ ਕਰਦੇ ਹਾਂ, ਜੇ ਪਰ ਉਹਦੀ ਸਿੱਖਿਆ ਸਮਝ ਨਹੀਂ ਆਉਂਦੀ ਜਾਂ ਉਹਦੇ ਵਿਚਾਰ ਸਮਝ ਵਿੱਚ ਨਹੀਂ ਆਉਂਦੇ, ਫਿਰ ਉਹ ਪੜ੍ਹ ਗੱਡੀ ਲੱਦੀਆਂ ਵਾਲੀ ਗੱਲ ਹੈ। ਪਰ ਦੂਜੇ ਪਾਸੇ ਪੜ੍ਹ ਮਾਨ ਵੀ ਤਾਂ ਮਿਲਣਾ, ਵੀ ਪੜ੍ਹਨਾ ਵੀ ਜ਼ਰੂਰ ਪੈਣਾ। ਬਿਨਾਂ ਪੜ੍ਹਨ ਤੋਂ ਗੱਲ ਵੀ ਨਹੀਂ ਬਣਨੀ। ਬੱਚਾ ਨਹੀਂ ਪੜ੍ਹਦਾ, ਫਿਰ ਉਹ ਗਾਈਡ ਲਵੇ, ਨਕਲ ਮਾਰੇ, ਕਈ ਕੁਛ ਹੋਰ ਵੀ। ਪਰ ਇੱਥੇ ਇਸ ਘਰ 'ਚ ਤਾਂ ਨਕਲ ਵੀ ਨਹੀਂ ਚੱਲਣੀ। ਇਸ ਘਰ 'ਚ ਤਾਂ ਪੜ੍ਹਨਾ ਹੀ ਪੈਣਾ, ਮਿਹਨਤ ਕਰਨੀ ਪੈਣੀ ਹੈ, ਪੜ੍ਹਾਈ ਕਰਨੀ ਪੈਣੀ ਹੈ। ਇਸ ਘਰ ਦੇ ਵਿੱਚ ਹੋਰ ਕੁਛ ਨਹੀਂ ਹੈ। ਇਹ ਘਰ ਐਸਾ ਹੈ ਜਿੱਥੇ ਅਸੀਂ ਰਜੋਗੁਣੀ ਤਮੋਗੁਣੀ ਜਿੱਥੇ ਹਨ, ਜੇ ਪੜ੍ਹ ਕੇ ਵੀ ਅਸੀਂ ਰਜੋਗੁਣੀ ਤਮੋਗੁਣੀ ਬਣੀ ਜਾਣਾ ਹੈ, ਤਾਂ ਫਿਰ ਉਸ ਪੜ੍ਹਾਈ ਦਾ ਕੀ ਲਾਭ ਹੈ? ਰੱਜ ਤਮ ਤੋਂ ਉੱਪਰ ਉੱਠਣਾ ਪਏਗਾ ਨਾ। ਜਿਹੜੇ ਰਜੋਗੁਣੀ ਹੈ, ਤਮੋਗੁਣੀ ਹੈ, ਜੇ ਉਹਦੇ 'ਚ ਫਿਰ ਪੜ੍ਹਾਈ ਦਾ ਕੋਈ ਲਾਭ ਨਹੀਂ। ਪੜ੍ਹਾਈ ਬੜੀ ਹੋ ਰਹੀ ਹੈ। ਅੱਜ ਕਲਮਾਂ ਵੀ ਖਰੀਦੀਆਂ ਜਾ ਰਹੀਆਂ, ਵਿਦਵਾਨ ਵੀ ਖਰੀਦੇ ਜਾ ਰਹੇ ਹੈ, ਬੁਲਾਰੇ ਵੀ ਖਰੀਦੇ ਜਾ ਰਹੇ ਹੈ। ਕਿਉਂ? ਉਸ ਪੜ੍ਹਾਈ ਵਿੱਚ ਗੁਰੂ ਨਹੀਂ ਹੈਗਾ। ਜੇ ਸੱਚਮੁੱਚ ਉਸ ਪੜ੍ਹਾਈ ਵਿੱਚ ਗੁਰੂ ਹੁੰਦਾ, ਉਹਨਾਂ ਦੀਆਂ ਕਲਮਾਂ ਵੀ ਨਾ ਖਰੀਦੀਆਂ ਜਾਂਦੀਆਂ, ਵਿਦਵਾਨ ਵੀ ਨਾ ਖਰੀਦੇ ਜਾਂਦੇ, ਉਹ ਬੋਲੀ ਵੀ ਉਹਨਾਂ ਦੀ ਨਾ ਬੋਲਦੇ। ਕਿਉਂ ਬੋਲਦੇ ਆ? ਵੀ ਇਹ ਪੜ੍ਹ ਗੱਡੀ ਲੱਦੀਆਂ ਦੀ ਕਹਾਣੀ ਹੈ ਸਾਰੀ। ਇਸ ਪੜ੍ਹਾਈ ਦਾ ਕੀ ਲਾਭ ਹੈ ਜਿਸ ਪੜ੍ਹਾਈ 'ਚ ਗੁਰੂ ਨਹੀਂ ਹੈਗਾ? ਤੇ ਗੁਰੂ ਸਾਹਿਬ ਜੀ ਨੇ ਜਿਹੜੀ ਇੱਥੇ ਗੱਲ ਕੀਤੀ, ਹੁਣ ਦੇਖੋ ਇੱਕ ਪੰਕਤੀ ਆਈ ਸੀ, ਸਰਾਂ ਗੁਣਾ ਕੇ ਗਾ, ਫਿਰ ਅੱਗੇ ਅਸਗਾਹ ਦੀ ਗੱਲ ਆਈ, ਹਾਥ ਹੋਵੇ ਅਸਗਾਹ। ਮੈਂ ਇੱਕ ਛੋਟੀ ਜਿਹੀ ਹੋਰ ਉਦਾਹਰਨ ਦਿੰਦਾ, ਹੋਰ ਗੱਲ ਕਰਦਾ ਵੀ ਬਹੁਤ ਪਾਣੀ ਡੂੰਘਾ ਹੁੰਦਾ ਹੈ, ਅਸਗਾਹ ਦਾ ਹੁੰਦਾ, ਉਹਦਾ ਗਾਹ ਪਾ ਲੈਣਾ, ਭਾਵ ਪਤਾ ਲੱਗ ਜਾਣਾ। ਹਾਥ ਦਾ ਕਈ ਵਾਰੀ ਅਸੀਂ ਉਦਾਹਰਨ ਦਿੰਦੇ ਹਾਂ ਵੀ ਉੱਥੇ ਹੁਣ ਪਾਣੀ ਹੱਥ ਭਰ ਹੈ। ਹੱਥ ਮਤਲਬ ਇੰਨਾ ਹੁੰਦਾ ਜਿੱਥੇ ਅਸੀਂ ਕੋਹਣੀ ਤੱਕ ਆਪਣੀ ਤੱਕ ਗੱਲ ਕਰਦੇ ਹਾਂ, ਜਿਹਨੂੰ ਐਲਬੋ ਤੇ ਕਹਿੰਦੇ ਆ, ਇੱਥੇ ਇੰਨਾ ਹੱਥ ਹੁੰਦਾ। ਇਹਨੂੰ ਪਿੰਡਾਂ 'ਚ ਆਮ ਤੌਰ ਤੇ ਇਹਦੇ ਨਾਲ ਮਿੰਤੀ ਵੀ ਕਰਦੇ ਨੇ, ਇਹਨਾਂ ਹੱਥਾਂ ਦੇ ਨਾਲ ਕਹਿੰਦੇ ਨੇ ਅਸਗਾਹ। ਉਹਦਾ ਪਤਾ ਸਮਝ ਆ ਜਾਂਦੀ ਉਹਨੂੰ। ਹੁਣ ਉਹਨੂੰ ਲੱਗਦਾ ਵੀ ਹੁਣ ਪਾਣੀ ਬਸ ਇਹ ਮੇਰੇ ਇੱਕ ਹੱਥ ਜਿੰਨਾ ਹੀ ਰਹਿ ਗਿਆ। ਅਸਲੀਅਤ ਸਮਝ ਆ ਜਾਂਦੀ ਹੈ, ਇੰਨਾ ਨੇੜੇ ਹੋ ਜਾਂਦਾ ਪਰਮਾਤਮਾ ਦੇ ਵੀ ਉਹਨੂੰ ਆਪਣੀ ਕੁਛ ਇਹੋ ਜਿਹੀ ਕਹਾਣੀ ਦੀ ਸਮਝ ਆ ਜਾਂਦੀ ਹੈ ਵੀ ਇਹ ਤਾਂ ਹੁਣ ਇੱਕ ਹੱਥ ਹੀ ਹੈ, ਸਾਗਰ ਨੂੰ ਤਾਂ ਮੈਂ ਐਵੇਂ ਪਾਰ ਕਰ ਲੈਣਾ। ਇਹ ਸਾਰੇ ਗਿਆਨ ਜਿਹੜੀ ਗੁਰੂ ਪਾਤਸ਼ਾਹ ਜੀ ਨੇ ਐਵੇਂ ਨਹੀਂ ਸਾਡੇ ਝੋਲੀ ਵਿੱਚ ਪਾਏ, ਜਿਹੜੀ ਗੱਲਾਂ ਸਾਨੂੰ ਸਮਝੀਆਂ। ਤੇ ਜੇ ਆਪਾਂ ਚਾਰੇ ਪੌੜੀਆਂ ਦੇ ਜੀ ਇਹਨਾਂ ਤੋਂ ਉੱਠ ਕੇ ਜੇ ਹੋਰ ਥੋੜੀ ਜਿਹੀ ਡੂੰਘੀ ਵਿਚਾਰ ਕਰ ਲਈਏ, ਤੇ ਗੁਰੂ ਸਾਹਿਬ ਜੀ ਨੇ ਪਤਾ ਗੱਲ ਕਿੰਨੀ ਕਮਾਲ ਦੀ ਕੀਤੀ ਵੀ ਸੁਣਨਾ ਇੱਕ ਐਸਾ ਢੰਗ ਹੈ ਜਦੋਂ ਜੀਵ ਦੀ ਸੁਰਤ ਜਿਹੜੀ ਹੈ ਉਹ ਦੁਨੀਆ ਦੇ ਜਗਤ ਵੱਲੋਂ, ਸਥੂਲ ਜਗਤ ਵੱਲੋਂ ਜਿਹੜਾ ਮੋੜਾ ਖਾ ਜਾਂਦੀ ਹੈ। ਸੁਤੇ ਦੀਆਂ ਵਾਸ਼ਨਾਵਾਂ ਇਹਦੇ ਚ ਘੱਟ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਵਾਸ਼ਨਾ ਦੇ ਅੰਦਰ ਕਮੀ ਆਉਂਦੀ ਹੈ। ਨਾਮ ਦੀ ਬਰਕਤ ਨਾਲ, ਨਾਮ ਸੁਣਨ ਦੀ ਬਰਕਤ ਨਾਲ ਉਹਨਾਂ ਦੇ ਸਿੱਧਾਂ ਪੀਰਾਂ ਸਭ ਦੀ ਜਿਹੜੀ ਸਮਝ ਆ ਜਾਂਦੀ ਵੀ ਇਹ ਤਾਂ ਐਵੇਂ ਖਜ਼ੂਰ ਦੀਆਂ ਕਹਾਣੀਆਂ ਨੇ। ਜਿਹੜੀ ਹੁਣੇ ਆਪਾਂ ਗੱਲ ਕੀਤੀ ਹੈ, ਭਾਵੇਂ ਪ੍ਰਿੰਸੀਪਲ ਤੇਜਾ ਸਿੰਘ ਜੀ ਨੇ ਕੀਤੀ ਹੈ ਤੇ ਭਾਵੇਂ ਜਿਹਨੇ ਕੀਤੀ, ਉਹ ਗੱਲ ਅਸਲੀਅਤ ਹੈ। ਕਿਉਂਕਿ ਢੁਕਦੀ ਗੱਲ ਇਹ ਹੈ ਵੀ ਚਾਰੇ ਪੰਕਤੀਆਂ ਉਸ ਤਰ੍ਹਾਂ ਦੀਆਂ ਚੱਲ ਰਹੀਆਂ ਨੇ। ਧਰਤੀ ਆਕਾਸ਼ ਪਤਾਲ ਦੀ ਗੱਲ ਸਮਝ ਆ ਜਾਂਦੀ ਹੈ, ਕਿਉਂਕਿ ਸਮਝ ਆਉਂਦੀ ਹੈ ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਨਾਮ ਧਿਆਵੇਂ ਰਾਮ। ਉਹਨੂੰ ਇਹ ਵੀ ਸਮਝ ਆ ਜਾਂਦੀ ਹੈ ਵੀ ਇਹ ਸਾਰਾ ਪਸਾਰਾ ਹੀ ਉਹਦੇ ਹੁਕਮ ਵਿੱਚ ਹੈ। ਵੀ ਜਿਹੜੀ ਸੀ ਧਰਤ ਪਤਾਲ ਦੀ ਕੀ ਸਮਝ ਆ ਗਈ ਵੀ ਇਹ ਧਰਤੀ, ਇਹ ਪਤਾਲ, ਇਹ ਸਾਰਾ ਪਸਾਰਾ ਵਾਹਿਗੁਰੂ ਦੇ ਆਪ ਹੁਕਮ ਵਿੱਚ ਹੈ। ਜੇ ਇਹ ਵੀ ਉਹਦੇ ਗੁਣਾਂ ਨੂੰ ਗਾਉਂਦੇ ਤੇ ਤੂੰ ਉਹਦੇ ਗੁਣ ਕਿਉਂ ਨਹੀਂ ਗਾਉਂਦਾ? ਇਹ ਸਾਰੇ ਇਹ ਬੰਦੇ ਦੇ ਅੰਦਰ ਇਹ ਸੋਚ ਬਣਦੀ ਹੈ। ਪੌਣ ਪਾਣੀ ਬਸੰਤਰੋ ਮੇਰੀ ਜਿੰਦੜੀਏ, ਨਿਤ ਹਰ ਜਸ ਗਾਵੇਂ ਰਾਮ। ਜੇ ਹਵਾ ਗੁਣ ਗਾਉਂਦੀ ਹੈ, ਦੂਜੇ ਹੁਕਮ 'ਚ ਰਹਿੰਦੀ ਹੈ, ਜੇ ਹੁਕਮ 'ਚ ਨਾ ਹੋਵੇ ਤੇ ਇਹ ਬੰਦਾ ਇੱਥੇ ਸੰਸਾਰ 'ਚ ਜੀ ਨਹੀਂ ਸਕਦਾ। ਜੇ ਦਰਿਆ ਦੇ ਹੁਕਮ 'ਚ ਨਾ ਚੱਲਦੇ ਹੋਣ ਤਾਂ ਇੱਥੇ ਤਾਂ ਰੋਜ਼ ਸੁਨਾਮੀ ਆਈ ਹੋਵੇ। ਇਸ ਕਰਤਾਰ ਦੀ ਖੇਡ ਹੈ, ਉਹਦੀਆਂ ਖੇਡਾਂ ਨੇ। ਜਿਵੇਂ ਜਿਵੇਂ ਸਾਨੂੰ ਇਹ ਹੁਕਮ ਦੀ ਸਮਝ ਆਉਂਦੀ ਹੈ, ਫਿਰ ਕੀ ਹੁੰਦਾ ਹੈ? ਫਿਰ ਮਨੇ ਪ੍ਰਗਾਸ ਭਿਓ ਭ੍ਰਮ ਨਾਸਿਓ, ਮੰਤਰ ਦਿਓ ਗੁਰ ਕਾਨ। ਗੁਰੂ ਪਾਤਸ਼ਾਹ ਕਹਿੰਦੇ ਨੇ ਮਨੇ ਪ੍ਰਗਾਸ ਭਿਓ ਭ੍ਰਮ ਨਾਸਿਓ, ਮਨ ਵਿੱਚ ਆਨੰਦ ਹੋ ਗਿਆ। ਹੁਣ ਸਾਰੇ ਭਰਮ ਭੁਲੇਖੇ ਦੂਰ ਹੋ ਗਏ। ਸੁਣਿਆ ਕੀ ਇਹੋ ਹੀ ਹੈ ਨਾ? ਜੇ ਸੁਣਨ ਨਾਲ ਵੀ ਭੁਲੇਖੇ ਬਣੇ ਰਹੇ, ਜੇ ਸੁਣਨ ਨਾਲ ਵੀ ਗੁਰੂ ਦਾ ਹੁਕਮ ਸੁਣ ਕੇ ਵੀ ਇਹ ਭੁਲੇਖੇ ਦੂਰ ਨਾ ਹੋਏ, ਮਨ ਦੀਆਂ ਭਟਕਣਾ ਦੂਰ ਨਾ ਹੋਈਆਂ, ਤਾਂ ਫਿਰ ਅਸੀਂ ਨਹੀਂ ਸੁਣਿਆ। ਫਿਰ ਜਦੋਂ ਜਿਵੇਂ ਅਸੀਂ ਸੁਣਦੇ ਹਾਂ, ਜਦੋਂ ਇਹ ਭਰਮ ਭੁਲੇਖੇ ਸਾਡੇ ਤੋਂ ਦੂਰ ਹੋ ਜਾਂਦੇ ਨੇ, ਫਿਰ ਹਰ ਪਾਸੇ ਬਸ ਉਸ ਵਾਹਿਗੁਰੂ ਦੀ ਹੋਂਦ ਮਹਿਸੂਸ ਹੁੰਦੀ ਹੈ ਤੇ ਪਾਤਸ਼ਾਹ ਦਾ ਪਾਤਸ਼ਾਹ ਇਨਸਾਨ ਆਪੇ ਬਣ ਜਾਂਦਾ, ਕਿਉਂਕਿ ਉਹ ਪਾਤਸ਼ਾਹ ਦੇ ਵਿੱਚ ਸਮਾ ਗਿਆ ਹੈ, ਪਾਤਸ਼ਾਹ ਦੇ ਵਿੱਚ ਲੀਨ ਹੋ ਗਿਆ ਹੈ। ਉਹ ਪਾਤਸ਼ਾਹ ਦੇ ਨੇੜੇ ਹੋ ਗਿਆ ਹੈ। ਉੱਥੇ ਸਦਾ ਵਿਕਾਸ ਹੈ ਕਿ ਜੇ ਉਹ ਵਿਕਾਸ ਵਿੱਚ ਹੈ, ਫਿਰ ਉਹਦੀ ਸਿੱਖਿਆ ਸੁਣਨ ਵਾਲਾ ਵੀ ਸਦਾ ਵਿਕਾਸ ਵਿੱਚ ਹੈ। ਆਤਮਾ ਦਿਨ ਰਾਤ ਉਹਦੇ ਮਧੁਰ ਗੀਤ ਗਾਉਂਦੀ ਹੈ, ਉਹਦੇ 'ਚ ਲੀਨ ਰਹਿੰਦੀ ਹੈ। ਕੰਮ ਕਰਦਿਆਂ ਵੀ ਤੂੰ ਹੀ ਕਰਦਾ ਹੈ, ਹੱਟੀ ਤੇ ਬੈਠਾ ਵੀ ਤੂੰ ਹੀ ਕਰਦਾ ਹੈ, ਨੌਕਰੀ ਦੀ ਕੁਰਸੀ ਤੇ ਬੈਠਾ ਵੀ ਤੂੰ ਹੀ ਕਰਦਾ ਹੈ। ਤੂੰ ਹੀ ਦਾ ਮਤਲਬ ਇਹ ਨਹੀਂ ਵੀ ਮੂੰਹ ਹੀ ਹੋਰ ਕੰਮ ਹੀ ਨਹੀਂ ਕਰਦਾ,
ਅੰਦਰ ਉਹਦਾ ਭਾਵ, ਉਹਦਾ ਭਾਵਨਾ, ਹਰ ਕੰਮ ਉਹਦੀ ਭਾਵਨਾ ਮੁਤਾਬਕ ਹੋ ਰਿਹਾ ਹੈ। ਇਹੋ ਹੀ ਹੈ ਨਾ ਸਾਰਾ ਸੁਣਨਾ। ਤਾਂ ਸੁਣਨਾ ਇੱਕ ਐਸੀ ਚੀਜ਼ ਹੈ ਜਿੱਥੇ ਗੁਰੂ ਸਾਹਿਬ ਜੀ ਸਾਨੂੰ 4 ਪੌੜੀਆਂ ਰਾਹੀਂ ਹੁਕਮ ਤੋਂ ਚੱਲ ਕੇ ਤੇ ਹੁਕਮ ਦੇ ਮੰਨਣ ਦੀ, ਹੁਕਮ ਸੁਣਨ ਦੀ ਗੱਲ, ਤੇ ਸੁਣਨਾ ਗੁਰੂ ਦੀ ਸਿੱਖਿਆ ਨਾਲ, ਸਮਝ ਗੁਰੂ ਦੀ ਸਿੱਖਿਆ ਨਾਲ ਆਣੀ ਹੈ। ਉਹ ਹੈ ਜਦੋਂ ਗੁਰੂ ਦੀ ਸਿੱਖਿਆ ਅੰਦਰ ਆ ਗਈ, ਫਿਰ ਇਹ ਗੁਣ ਜਿਹੜੇ 4 ਪੌੜੀਆਂ ਵਿੱਚ ਅੱਜ ਸਾਨੂੰ ਸਾਂਝੇ ਕੀਤੇ ਨੇ, ਇਹ ਸਾਡੇ ਅੰਦਰ ਆ ਜਾਣਗੇ ਜੀ। ਗੁਰੂ ਬਖਸ਼ਿਸ਼ ਕਰੇ ਅਸੀਂ ਵੀ ਸੱਚਮੁੱਚ ਸੁਣਨ ਦੇ ਤੱਕ ਪਹੁੰਚ ਜਾਈਏ। ਅਸੀਂ ਵੀ ਨਹੀਂ ਸੁਣਿਆ, ਅਸੀਂ ਵੀ ਸੁਣਨ ਤੱਕ ਨਹੀਂ ਪਹੁੰਚੇ, ਸਿਰਫ ਕੰਨਾਂ ਨਾਲ ਸੁਣਿਆ ਹੈ, ਅੰਦਰ ਤੱਕ ਸਾਡੇ ਸੁਣਨ ਦੀ ਗੱਲ ਨਹੀਂ ਗਈ। ਜਦ ਅੰਦਰ ਦੀ ਗੱਲ ਸਾਡੇ ਅੰਦਰ ਵੀ ਚਲੀ ਜਾਏਗੀ, ਗੁਰੂ ਬਖਸ਼ਿਸ਼ ਕਰ ਦੇਗਾ, ਫਿਰ ਹੋਏਗਾ ਕੀ? ਫਿਰ ਤਾਂ ਗੱਲ ਸਿੱਧਾ ਹੋ ਜਾਏਗਾ, ਸਮੁੰਦ ਬਰੋਲ ਸਰੀਰ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦਨਾ ਭਾਈ ਦੀ ਅਵਸਥਾ ਤੇ ਆਪਾਂ ਵੀ ਆਨੰਦ ਕਰਾਂਗੇ, ਮੌਜਾਂ ਕਰਾਂਗੇ। ਪਰ ਸੁਣਨ ਤੱਕ ਪਹੁੰਚਣ ਦੇ ਲਈ ਮਿਹਨਤ ਦੀ ਲੋੜ ਹੈ, ਉਹਦੇ ਹੁਕਮ ਵਿੱਚ ਰਜਾਈ ਚੱਲਣ ਦੀ ਲੋੜ ਹੈ। ਇਹ ਹੁਕਮ ਰਜਾਈ ਦੀ ਗੱਲ ਨੂੰ ਅਸੀਂ ਨਾਲੋਂ ਨਹੀਂ ਛੱਡ ਸਕਦੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।